जी दी पवित्र पावन बारगाह विच जुड़ बैठी गुरु रूप गुरु प्यारी साध संगत जी, ਆਪਾਂ ਸਾਰੇ ਹੀ ਵਡਭਾਗੇ ਹਾਂ ਜੋ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਸਤਿਗੁਰਾਂ ਦੀ ਪਵਿੱਤਰ ਪਾਵਨ ਗੋਦ ਦਾ ਨਿੱਘ ਮਾਣ ਰਹੇ ਹਾਂ। ਆਪ ਸਭ ਸੰਗਤਾਂ ਜਾਣਦੇ ਹੋ ਕਿ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੇ ਵੱਲੋਂ ਅਰਦਾਸ ਬੇਨਤੀ ਕੀਤੀ ਗਈ ਮਾਤਾ ਗੰਗਾ ਜੀ ਦੇ ਕਹਿਣ 'ਤੇ ਉਹ ਜੋ ਜੋੜ ਮੇਲਾ ਹਰ ਸਾਲ ਆਪਾਂ ਇਸ ਸਥਾਨ 'ਤੇ ਮਨਾਉਂਦੇ ਹਾਂ। 1 ਮਹੀਨੇ ਵਾਸਤੇ ਜਿਹੜੇ ਹਨ ਲੰਗਰ ਲਾਏ ਜਾਂਦੇ ਅਤੇ ਧੁਰਕੀ ਬਾਣੀ ਦੇ ਜਾਪ, ਜਿੱਥੇ ਭਾਈ ਸਾਹਿਬ ਨੇ ਜਿਵੇਂ ਜ਼ਿਕਰ ਕੀਤਾ ਕਿ ਤਨ ਵਾਸਤੇ ਲੰਗਰ ਲੱਗਦਾ ਅਤੇ ਮਨ ਵਾਸਤੇ ਵੀ ਲੰਗਰ ਦਾ ਪ੍ਰਬੰਧ ਜਿਹੜਾ ਹੈ ਉਹ ਗੁਰੂ ਦੇ ਸ਼ਬਦ ਦੇ ਦੁਆਰਾ ਕੀਤਾ ਜਾਂਦਾ ਹੈ। ਸੋ ਆਪ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੇ ਇਲਾਕੇ ਦੀਆਂ ਸੰਗਤਾਂ ਇਹਨਾਂ ਲੰਗਰਾਂ ਦੇ ਵਿੱਚ ਸੇਵਾ ਕਰਦੇ ਹੋ। ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ, ਧੁਰਕੀ ਬਾਣੀ ਦੇ ਅਖੰਡ ਜਾਪ ਕੱਲ੍ਹ ਪ੍ਰਾਰੰਭ ਹੋਏ, ਅੱਜ ਮੱਧ ਲੱਗੇ, ਰਾਤਰੀ ਦੇ ਦੀਵਾਨਾਂ ਦੀ ਬਖਸ਼ਿਸ਼ ਕੀਤੀ। ਕੱਲ੍ਹ ਪਹਿਲੇ ਦੀਵਾਨ ਦੇ ਵਿੱਚ ਆਪ ਸੰਗਤਾਂ ਦੇ ਨਾਲ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਵਿੱਚੋਂ ਸਾਂਝ ਪਾਈ। ਅੱਜ ਆਪ ਸੰਗਤਾਂ ਦੇ ਨਾਲ ਮੇਰੇ ਤੋਂ ਪਹਿਲਾਂ ਗਿਆਨੀ ਭਾਈ ਅਮਰੀਕ ਸਿੰਘ ਜੀ ਨੇ, ਜੋ ਅੱਜ ਬਹੁਤ ਹੀ ਮਹੱਤਵਪੂਰਨ 2 ਦਿਹਾੜੇ ਨੇ। ਇੱਕ ਦਿਹਾੜਾ ਜੋ ਅਰਦਾਸ ਦੇ ਵਿੱਚ ਆਪਾਂ ਯਾਦ ਕਰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਦੇਸ਼ ਕੌਮ ਧਰਮ ਲਈ ਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ। ਖੋਪਰੀ ਲੋਹਾਉਣ ਵਾਲੇ ਭਾਈ ਤਾਰੂ ਸਿੰਘ ਜੀ, ਉਹਨਾਂ ਦਾ ਅੱਜ ਜਨਮ ਦਿਨ ਹੈ। ਭਾਈ ਸਾਹਿਬ ਜੀ ਨੇ ਆਪ ਜੀ ਦੇ ਨਾਲ ਸਾਂਝ ਪਾਈ। ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਸੱਚ ਦਾ ਮਾਰਗ 'ਤੇ ਚੱਲਣ ਦਾ ਰਾਹ ਦਿੱਤਾ, ਗਾਡੀ ਰਾਹ ਬਣਾਇਆ, ਉਹ 'ਤੇ ਸਿੱਖ ਨੂੰ ਚਲਾਇਆ, ਅਤੇ ਉੱਥੇ ਹੀ ਮਹਾਰਾਜ ਜੀ ਨੇ ਸਾਨੂੰ ਉਸ ਸੱਚ ਨੂੰ ਕਾਇਮ ਰੱਖਣ ਵਾਸਤੇ ਕੁਰਬਾਨੀ ਦੀ ਜਾਚ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਖਾਉਣਾ ਕੀਤੀ। ਅਤੇ ਜੇ ਕੋਈ ਜਬਰ ਕਰਦਾ, ਜ਼ੁਲਮ ਕਰਦਾ, ਅਤੇ ਉਹਨੂੰ ਸੋਧਾ ਲਾਉਣ ਦਾ ਵੀ ਕੰਮ ਜਿਹੜਾ ਸਾਨੂੰ ਮਹਾਰਾਜ ਜੀ ਨੇ ਇਹ ਦਿੱਤਾ ਹੈ ਕਿ ਨਾ ਕਿਸੇ 'ਤੇ ਜ਼ੁਲਮ ਕਰਨਾ ਅਤੇ ਨਾ ਕਿਸੇ ਦਾ ਜਿਹੜਾ ਜ਼ੁਲਮ ਹੈ ਉਹ ਸਹਿਣਾ ਹੈ। ਸੋ ਜੋ 1984 ਦੇ ਵਿੱਚ ਵਾਪਰਿਆ, ਜਰਨਲ ਵੈਦਿਆ ਨੇ ਜੋ ਸਾਰਾ ਇਹ ਪ੍ਰੋਗਰਾਮ ਵਰਤਾਇਆ, ਅਕਾਲ ਤਖਤ ਸਾਹਿਬ 'ਤੇ ਹਮਲਾ ਹੋਇਆ, ਉਹਨੂੰ ਪੂਨੇ ਦੇ ਵਿੱਚ ਜਾ ਕਰਕੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਨੇ ਉਹਨੂੰ ਮਾਰਨਾ ਕੀਤਾ। ਫਿਰ ਉਹਨਾਂ ਦੀ ਗ੍ਰਿਫਤਾਰੀ ਹੋਈ ਪੂਨੇ ਜੇਲ੍ਹ ਦੇ ਵਿੱਚ, ਜੇਰਵਾੜਾ ਦੇ ਵਿੱਚ ਉਹਨਾਂ ਨੂੰ ਅੱਜ ਦੇ ਦਿਨ ਅੰਮ੍ਰਿਤ ਵੇਲੇ ਤਕਰੀਬਨ 4 ਵਜੇ ਫਾਂਸੀ ਦਿੱਤੀ ਗਈ। ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ, ਉਹਦੇ ਸੰਬੰਧ ਵਿੱਚ ਭਾਈ ਸਾਹਿਬ ਜੀ ਨੇ ਆਪ ਜੀ ਨਾਲ ਵਿਚਾਰ ਕੀਤੇ। ਤਾਂ ਜੋ ਜਿੰਨਾ ਸਮਾਂ ਆਪਾਂ ਨੂੰ ਹੁਣ ਬਚਦਾ, ਜੋ ਦਾਸ ਨੇ ਕੱਲ੍ਹ ਵਿਚਾਰ ਸ਼ੁਰੂ ਕੀਤੀ ਸੀ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ 'ਤੇ, ਗੁਰੂ ਮਹਾਰਾਜ ਜੀ ਕਿਰਪਾ ਕਰਨ, ਆਪ ਹੀ ਵਿੱਚ ਵਰਤ ਕਰਕੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਵਿਚਾਰ ਕਹਿਣ, ਸੁਣਨ, ਸਮਝਣ ਅਤੇ ਮੰਨਣ ਦੇ ਬਲ ਬਖਸ਼ਿਸ਼ ਕਰਨ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਅੰਮ੍ਰਿਤਮਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੇ ਭਾਵ ਦੀ ਜਨ ਕਾ ਜੈਕਾਰ ਕਰਾਈ ਕਿ ਵਾਹਿਗੁਰੂ ਪ੍ਰਮਾਤਮਾ ਨੂੰ ਵੀ ਆਪਣੀ ਵਡਿਆਈ ਪਾਉਂਦੀ ਹੈ, ਪਰ ਉਹ ਸਿੱਧਾ ਨਹੀਂ ਆਪਣੀ ਵਡਿਆਈ ਕਰਵਾਉਂਦਾ, ਆਪਣੇ ਭਗਤਾਂ ਦੇ ਦੁਆਰਾ ਭਗਤਾਂ ਦੀ ਵੀ ਵਡਿਆਈ ਕਰਵਾਉਂਦਾ ਤੇ ਭਗਤਾਂ ਦੇ ਦੁਆਰਾ ਉਹ ਆਪਣੀ ਵੀ ਵਡਿਆਈ ਕਰਵਾਉਂਦਾ। ਜੋ ਸੁਭਾਅ ਵਾਹਿਗੁਰੂ ਦਾ ਹੈ ਉਹੀ ਸੁਭਾਅ ਗੁਰੂ ਦਾ ਹੈ, ਕਿਉਂਕਿ ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਤੇ ਪਰਮੇਸ਼ਰ ਇੱਕੋ ਹੀ ਹੈ। ਨਿਰਗੁਣ ਸਰੂਪ ਦੇ ਵਿੱਚ ਉਹ ਵਾਹਿਗੁਰੂ ਹੈ ਤੇ ਸਰਗੁਣ ਸਰੂਪ ਦੇ ਵਿੱਚ ਉਹ ਗੁਰੂ ਰੂਪ ਹੋ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ
सच्चे पातशाह जी के रूप में वरते। सो सतगुरां ने बाणी के अंदर जो दास ने कल विचार शुरू की सी, महाराज कहते धन धन सो गुर सिख कही है, जो सतगुर चरनी जाए पया। धन धन सो गुर सिख कही है, हर नामा मुख राम कहया। यो गुर सिख धन धनता दे जोग है। महाराज जी कहते भी जेड़ा सतगुरां दी चरण शरण विच आ जांदा ते धन धन बाबा बुढ़ा साहब जी 12 साल की उम्र च आ गए। ते आपां इत्थे पहुंचे सी कि गुरु अमरदास जी महाराज सच्चे पातशाह जी नूं प्रगट कीता, जिथे आपां अज दर्शन करदे ना सन साहब गुरुद्वारा बासर के, वो सन जिहड़ी है पिछे बनी हुई, उस सन दे विचों ही बाबा बुढ़ा साहब जी लंघे। गुरु अमरदास जी महाराज अंदर बैठे आ, जो बाबा बुढ़ा साहब जी अंदर गए तो महाराज जी हस पाए। बाबा बुढ़ा साहब जी ने हाथ जोड़ के बेनती की कि महाराज जी संगतां बड़ियां व्याकुल ने, आप जी संगतां नूं दर्शन दिओ। तां महाराज जी कहन लगे, बाबा जी सानू पता सी होर कोई नहीं सानू लभ सकदा, बस तुसी लभ सकदे सी, क्योंकि तुहानू गुरु नानक साहब जी ने बचन कीते सी ते इत्थों कदे ओले ना हो सा, तू सानू पछाणिया असल विच। फिर बेनती करके गुरु अमरदास जी महाराज नूं बाबा बुढ़ा साहब जी बाहर लैके आए। गुरु अमरदास जी महाराज ने अपने गल नाल लाया बाबा बुढ़ा साहब जी ने, गल नाल ला के महाराज जी ने बचन कीते कि संसार सागर चों तारन वास्ते ये जहाज ने बाबा बुढ़ा साहब जी, ये जहाज दी न्याई ने। ते सिक्खी दी अवधि कहा महाराज जी ने कि इन्हां तो वध कोई सिक्खी कमा नहीं सकता। फिर महाराज जी ने बचन कीते कि जेड़ा भी इन्हां दा नाम लवेगा ना, जेड़ा सत्कार प्रेम शरधा भावना कहेगा धन धन बाबा बुढ़ा साहब जी, उहदे सारे जिन्ने भी विघन रुकावटां ने किसी कम्मां दे विच वो दूर हो जाया करनगियां। देखो किन्ने सत्कारयोग ने बाबा बुढ़ा साहब जी। प्रिंसीपल सतबीर सिंह जी ने जिक्र किया है अपनी किताब के अंदर के कुतबी सतारा है सिक्खी दा बाबा बुढ़ा साहब जी। उन्हां वर्गा सिख इतिहास दे विच लभना मुश्किल है। बाबा बुढ़ा साहब जी वर्गा सिख इतिहास दे विच लभना मुश्किल है, क्योंकि किन्नियां बख्शिशां ने। गुरु अमरदास जी महाराज ने किड्डी वड्डी बख्शिश कर दी कि तुहाडा कोई नाम भी लवेगा ना तो वह भी तर जाएगा, वह भी तर जाएगा। तुसीं संसार सागर नूं तारन वाले हो, धनता दे योग है, तुहाडे तो वध कोई सिक्खी कमा नहीं सकता। सिक्खी दी हद करके विखा दी बाबा बुढ़ा साहब जी। फिर देखो किन्ने महान गुरसिख ने। जदों गुरु अमरदास जी महाराज ने गोविंदवाल साहब वसाया, उत्थे जिथे महाराज जी ने सिक्खी का धुरा कहा जाता गोविंदवाल साहब नूं। पिछे आपां महाराज जी का 450 साला मनाया ना, सिक्खी का धुरा गोविंदवाल साहब नूं कहा जाता, क्योंकि बहुत सारिया मर्यादावां उत्थों शुरू हुई सिक्खी दियां। जोड़ मेले भी उत्थों शुरू होए। विसाखी का जोड़ मेला, पहला जोड़ मेला गोविंदवाल साहब की धरती ते। पहला संगत पातशाह पंगत की मर्यादा गोविंदवाल साहब की धरती ते। जात पात खत्म की महाराज जी ने गोविंदवाल साहब की धरती ते। जदों किसी इस्त्री का पति चढ़ाई कर जाता सी तां उदों उस इस्त्री नूं अपने पति दे नाल सड़ना पैंदा सी, उहनूं कहिंदे सी सती होना। इस देश की मर्यादा सी। पर वो गुरु अमरदास जी महाराज सच्चे पातशाह जी के दर ते जदों अकबर आया, अकबर ने आके महाराज जी के दर्शन किए, पंगत विच बैठ के प्रशादा छकिया, महाराज जी के बचन सुने, गुरु घर का श्रद्धालु बनया। वो कहंदा महाराज जी दसो की सेवा करा। तो महाराज जी ने कहा कि जे तू सेवा करनी चाहुंदा ना, आ जिहड़ी सती प्रथा है बंद कर दे। उन्हें कानून बनाया अकबर ने। बीबियां नूं तां हमेशा धन गुरु अमरदास जी महाराज नूं याद रखना चाहिए। महाराज जी ने कानून बनवाया उस तो कह के कि जे किसी बीबी का भर जवानी विच पति चढ़ाई कर जाता है, जे वो अपनी जिंदगी सारी पति तो बिना कढ़ सकती है तो कढ़ लवे, जे नहीं कढ़ सकती अपना दूजा विआह करवा सकती, उन्होंने पति दे नाल सड़ना ना पवे। ये गुरु अमरदास जी महाराज तां गोविंदवाल साहब नूं सिक्खी का धुरा कहा जाता। फिर उत्थे देखो जात बभानियां का बड़ा जोर सी।
महाराज जी ने उस चीज़ नूं खत्म करन वास्ते एक फिर सोचिया कि अड अड खूह बने सी सारियां दे, भी बौली साहब एक बनवाई जाए जिथे सिख इशनान भी करे तो जिथों सारे सिख उस जल नूं वरतन। फिर बौली साहब बनाने वास्ते देखो जो अरदास करवाई तो टक लवाया ना, अज कई कह देंगे जी गुरु अर्जन देव जी महाराज सच्चे पातशाह जी ने बाबा बुढ़ा साहब जी कोल क्यों भेजा कि गुरु अमरदास जी महाराज आप अरदास नहीं कर सकते सी, टक आप नहीं ला सकते सी बौली साहब का। बाबा बुढ़ा साहब जी तो बौली साहब का टक लवाया, अरदास बाबा बुढ़ा साहब जी कोलों करवाई। फिर अगे इतिहास चलता देखो गुरु अमरदास जी महाराज वेले बड़ियां बख्शिशां लईयां बाबा बुढ़ा साहब जी ने। फिर गुरु अमरदास जी महाराज सच्चे पातशाह जी ने जो शरीर अपना ओले करना सी, जोत जिहड़ी है गुरु रामदास जी महाराज दे अंदर टकाई परीक्षा लै करके, ते उत्थे भी बाबा जी ने देखो सेवा निभाई। गुरु अमरदास जी महाराज ने मत्था टेकिया, परिक्रमा कीतियां, ते तिलक दी जिहड़ी मर्यादा गुरता गद्दी दा तिलक जिहड़ा वो बाबा बुढ़ा साहब जी ने गुरु रामदास जी महाराज नूं लाया। दास ने रात भी बेनती कीती सी कि जदों बाबा बुढ़ा साहब जी मत्था टेक दिंदे सी ना, ते सिखां नूं पता लग जांदा सी कि हुण गुरु जोत जिहड़ी है इस शरीर विच वरतदी पई। इतिहास कहंदा साडा बाणी विच भी बचन आया, मोहरी पुत सन्मुख होआ रामदास पैरी पाए जियो। मोहरी पुत्र जिहड़ा सी महाराज जी दा सन्मुख हो गया, उन्होंने महाराज जी ने वार भी दे दिता। महाराज कहंदे पुत्र तू मेरा बचन मन के सन्मुख होया ना, एक भगत दियां 21 कुल्लां तरदियां तेरियां 42 कुल्लां तरनगियां। मोहरी नूं इह वचन कीता महाराज जी ने, क्योंकि बाणी कहंदी प्रहलाद के 21 कुल उधारे, भगत प्रहलाद दियां 21 कुल्लां तरियां, हरेक भगत दियां 21 कुल्लां तरदियां। पर गुरु अमरदास जी महाराज सच्चे पातशाह कहंदे सन्मुख होया तू मोहरी पुत तेरियां 42 कुल्लां तरनगियां। पर जेड़ा बाबा मोहन जी सीगे वड्डे पुत्र सी गुरु अमरदास जी महाराज दे, उन्होंने मत्था नहीं टेकिया, वो सन्मुख नहीं होए। बाबा जी ने यह भी सब कुछ वेखिया। फिर वो जदों गुरु रामदास जी महाराज जी नूं गुरता गद्दी मिल गई, बाबा मोहन जी उदास हो गए, मत्था नहीं टेकिया। तो गुरु रामदास जी महाराज के अंदर इन्ना प्यार सी, इन्ना वराग सी ना, तो महाराज जी गुप्त हो गए। गुरु रामदास जी महाराज संगतां फिर व्याकुल हो गई, जिवें प्रिंसीपल सतबीर सिंह का जिक्र दास ने किया सी ना, कि उन्होंने लिखिया कि बाबा जी कुतबी सतारा ने सिक्खी दा, कुतबी सतारा जो सिक्खी का जहाज डोलन लगता सी ना, भी गुरु किते गुप्त हो जाता सी ते सिक्खी का जहाज डोलदा सी कि संगतां कित्थों लभण गुरु नूं, तां उदों सारिआं नूं याद आउंदी सी कि धन बाबा बुढ़ा साहब जी कोल चलीए, उन्हां नूं बेनती करिए, उन्हां नूं पता होवेगा कि महाराज जी कित्थे। हुण जदों गुरु रामदास जी महाराज, क्योंकि बाबा मोहन जी गुस्से हो गए, गुरु रामदास जी महाराज दे हिरदा बड़ा पवित्र निर्मल, बड़ा उन्होंने उत्ते इस चीज़ का असर होया, वो गुप्त होके बैठ गए। फिर बाबा बुढ़ा साहब जी ने नाल 5 सिखां नूं लै करके ना जाके बेनती की गुरु रामदास जी महाराज नूं कि महाराज जी तुसीं हुण वराग अवस्था विच ना विचरो, संगतां बहुत व्याकुल ने, बाहर हो करके खुले दर्शन दीदार जिहड़े ने संगतां नूं बख्शो। ते गुरु रामदास जी महाराज ने अपने सिख दी बेनती मन के संगतां नूं खुले दर्शन दीदार देने शुरू कीते। समा बीतदा गया। देखो ये भी एक समा इहो जिहा भी आया सी कि जदों गुरु घर दीयां शिकायतां लगियां अकबर दे कोल, इन्हां ने अपनी मर्यादा बना लई, अपना एक ग्रंथ तैयार करी जाते, बाणी उचारते ने, सिख उस बाणी के अनुसार कर्म करते हैं। तो उन्हां मुलाणियां ने कुछ रल गए, कुछ काजी रल गए, कुछ पंडितां ने जाके अकबर बादशाह दे कोले शिकायत की कि ये एक शब्द पढ़ते हैं, हुण ये साडी मर्यादा नूं नहीं मनदे। तो उदों गुरु रामदास जी महाराज नूं ते बाबा बुढ़ा साहब जी नूं भेजिया सी वकालत करन वास्ते, क्योंकि उन्होंने अपनी फरियाद रखी सी अकबर दे कोल। ते अकबर बादशाह ने गुरु महाराज कोले बंदा भेजिया कि महाराज जी मैं एक पक्ष दे नहीं लवांगा, तुहाडा भी पक्ष सुनांगा, तुसीं भी जे तुसीं आप आ जाओ तो बहुत वधिया गल, जे तुसीं आप नहीं आ सकते अपने किसी सेवक नूं भेज दिओ। ते जदों गुरु रामदास जी महाराज नूं गुरु अमरदास जी महाराज भेजन लगे ना, गुरु रामदास जी महाराज कहंदे महाराज मैनूं तां कुछ भी नहीं आउंदा,
ਉਹ ਏਡੇ ਏਡੇ ਵੱਡੇ ਵਿਦਵਾਨ ਪੰਡਤ ਹੋਣਗੇ ਉੱਥੇ ਸਭਾ ਦੇ ਵਿੱਚ, ਜੋ ਕਚਹਿਰੀ ਲੱਗੇਗੀ, ਉਹ ਮੈਨੂੰ ਸਵਾਲ ਕਰਨਗੇ, ਮੈਨੂੰ ਤਾਂ ਕੁਝ ਵੀ ਨਹੀਂ ਆਉਂਦਾ, ਨਾ ਸ਼ਾਸਤਰਾਂ ਬਾਰੇ ਪਤਾ, ਨਾ ਕੁਝ ਨੀਤੀ ਬਾਰੇ ਪਤਾ, ਮੈਂ ਕੀ ਕਰਾਂਗਾ। ਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਪੁਰਖਾ ਤੂੰ ਆਪਣੇ ਸੱਜੇ ਹੱਥ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਧਿਆ ਕੇ ਸੱਜੇ ਹੱਥ ਵੇਖੀ, ਜਿੰਨੇ ਸ਼ਾਸਤਰ ਨੇ, ਜਿੰਨੇ ਵੇਦ ਨੇ, ਜਿੰਨੇ ਦੁਨੀਆ ਦੇ ਗ੍ਰੰਥ ਨੇ ਨਾ, ਉਹ ਸਾਰੇ ਤੈਨੂੰ ਕੰਠ ਹੋ ਜਾਣਗੇ, ਜ਼ਬਾਨੀ ਯਾਦ ਹੋ ਜਾਣਗੇ। ਉਹ ਜਦੋਂ ਕੋਈ ਸਵਾਲ ਕਰਨਗੇ ਤੈਨੂੰ ਉੱਤਰ ਘੜੇ ਪਏ ਹੋਣਗੇ ਸਾਰੇ। ਉਦੋਂ ਨਾਲ ਬਾਬਾ ਬੁੱਢਾ ਸਾਹਿਬ ਜੀ ਵੀ ਗਏ ਸੀ ਮਹਾਰਾਜ ਜੀ ਦੇ ਨਾਲ। ਫਿਰ ਸਮਾਂ ਇਹੋ ਜਿਹਾ ਵੀ ਆਉਂਦਾ, ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸੇਵਾ ਕੀਤੀ, ਮਸੰਦ ਪ੍ਰਥਾ ਬਣਾਈ। ਫਿਰ ਦੇਖੋ ਆਪਾਂ ਜਦੋਂ ਮਹਾਰਾਜ ਜੀ ਨੇ ਸ਼ਹਿਰ ਵਸਾਇਆ ਚੱਕ ਰਾਮਦਾਸਪੁਰ, ਉਸ ਸ਼ਹਿਰ ਵਸਾਉਣ ਦੇ ਵਿੱਚ ਵੀ ਬਹੁਤ ਵੱਡਾ ਹੱਥ ਸੀ ਬਾਬਾ ਬੁੱਢਾ ਸਾਹਿਬ ਜੀ ਦਾ। ਜਦੋਂ ਸ਼ਹਿਰ ਵਸਾਇਆ ਗਿਆ ਨਾ, ਇਹ ਸ਼ਹਿਰ ਵਸਾਉਣ ਤੋਂ ਪਹਿਲਾਂ ਜਗ੍ਹਾ ਦੀ ਚੋਣ ਕੀਤੀ ਗਈ ਵੀ ਜਗ੍ਹਾ ਕਿਹੜੀ ਚੁਣੀ ਜਾਵੇ। ਤਾਂ ਹੁਣ ਗੁਰੂ ਅਮਰਦਾਸ ਜੀ ਮਹਾਰਾਜ ਜੀ ਤਾਂ ਕਹਿ ਗਏ ਸੀ ਕਿ ਇਸ ਜਗ੍ਹਾ ਦੇ ਉੱਤੇ ਵਸਾਉਣਾ, ਵੀ ਇਹਨਾਂ ਇਲਾਕਿਆਂ ਦੇ ਵਿੱਚ ਇੱਕ ਤੀਰਥ ਬਣਨਾ ਚਾਹੀਦਾ। ਪਰ ਬਾਬਾ ਬੁੱਢਾ ਸਾਹਿਬ ਜੀ ਨੇ ਨਿਸ਼ਾਨਦੇਹੀ ਕੀਤੀ ਸੀ ਉਹਦੀ, ਕਿਉਂਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਨਹੀਂ ਕੀਤੇ ਸੀ, ਤੇ ਨਾ ਹੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤੇ ਸੀ। ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ ਗਿਆ ਕਿ ਜਿਹੜਾ ਸਥਾਨ ਇਹ ਬਣਾਉਣਾ, ਇਹ ਕਿੱਥੇ ਬਣਾਇਆ ਜਾਵੇ। ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਸੀ, ਜਿੱਥੇ ਅੱਜ ਸ੍ਰੀ ਹਰਿਮੰਦਰ ਸਾਹਿਬ ਬਣਿਆ ਨਾ, ਜਿਹੜਾ ਸਥਾਨ ਹੈ ਸਾਡਾ, ਇਹ ਉਹਨਾਂ ਨੇ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਇੱਥੇ ਬੈਠ ਕੇ ਕਿੰਨਾ ਕਿੰਨਾ ਸਮਾਂ ਵਾਰਤਾਲਾਪ ਕਰਿਆ ਕਰਦੇ ਸੀ, ਪਰਮੇਸ਼ਰ ਦੀ ਗੱਲ ਕਰਿਆ ਕਰਦੇ ਸੀ। ਇਹ ਉਹ ਪਵਿੱਤਰ ਪਾਵਨ ਸਥਾਨ ਹੈ, ਇੱਥੇ ਪ੍ਰਗਟ ਹੋਣਾ ਚਾਹੀਦਾ ਹੈ ਅੰਮ੍ਰਿਤ ਤੀਰਥ। ਉਹ ਤਾਂ ਪ੍ਰਗਟ ਹੋਇਆ ਉਹਦੇ ਵਿੱਚ ਬਹੁਤ ਵੱਡੀ ਦੇਣ ਬਾਬਾ ਬੁੱਢਾ ਸਾਹਿਬ ਜੀ ਦੀ। ਕਿਉਂਕਿ ਦਾਸ ਦੇਖੋ, ਦਾਤ ਵੀ ਇਹੀ ਬੇਨਤੀ ਕੀਤੀ ਸੀ ਕਿ ਐਵੇਂ ਨਹੀਂ ਗੁਰੂ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਜਾ ਕੇ ਅਰਦਾਸ ਕਰਵਾ ਲਓ। ਤੇ ਸਾਡੇ ਵੀ ਪ੍ਰਚਾਰਕ ਕੀ ਕਹਿੰਦੇ ਜੀ, ਇਹ ਕਿਵੇਂ ਹੋ ਸਕਦਾ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਨਹੀਂ ਅਰਦਾਸ ਕਰ ਸਕਦੇ ਸੀ? ਕਰ ਸਕਦੇ ਸੀ, ਮਹਾਰਾਜ ਸਮਰੱਥ ਸੀ, ਪਰ ਮਹਾਰਾਜ ਜੀ ਆਪਣੇ ਵਾਸਤੇ ਕਦੇ ਵੀ ਸ਼ਕਤੀ ਨਹੀਂ ਵਰਤਦੇ। ਮਹਾਰਾਜ ਆਪਣੇ ਵਾਸਤੇ ਕੋਈ ਵੀ ਚੀਜ਼ ਜਿਹੜੀ ਸੀ ਨਾ ਗੁਰੂ ਘਰ ਦੀ, ਆਪਣੇ ਵਾਸਤੇ ਨਹੀਂ ਵਰਤਦੇ ਸੀ, ਉਹ ਸੰਗਤਾਂ ਵਾਸਤੇ ਸਭ ਕੁਝ ਵਰਤਿਆ ਕਰਦੇ। ਸੰਗਤਾਂ ਉਹਨਾਂ ਦੇ ਦਰ ਤੋਂ ਝੋਲੀਆਂ ਭਰ ਭਰ ਕੇ ਲੈ ਕੇ ਜਾਂਦੀਆਂ ਨੇ, ਪਰ ਮਹਾਰਾਜ ਜੀ ਆਪਣੇ ਸਿੱਖਾਂ ਨੂੰ ਵੀ ਵਡਿਆਈ ਦਿੰਦੇ ਆ। ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਨੇ ਰਾਮਦਾਸ ਚੱਕ ਵਸਾਇਆ, ਉਸ ਤੋਂ ਬਾਅਦ ਜਦੋਂ ਹੁਣ ਗੁਰੂ ਰਾਮਦਾਸ ਜੀ ਮਹਾਰਾਜ ਦੇ 3 ਸੁਪੁੱਤਰ ਨੇ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸਭ ਤੋਂ ਛੋਟੇ ਨੇ। ਹੁਣ ਸੇਵਾ ਕਰਦਿਆਂ ਸਾਰਿਆਂ ਨੂੰ ਵੀ ਬਾਬਾ ਬੁੱਢਾ ਸਾਹਿਬ ਜੀ ਵੇਖਦੇ ਆ ਤੇ ਸਾਰੇ ਸਤਿਕਾਰ ਵੀ ਕਰਦੇ ਬਾਬਾ ਬੁੱਢਾ ਸਾਹਿਬ ਜੀ ਦਾ। ਹੋਰ ਵੀ ਜਿੰਨੀਆਂ ਵੀ ਸੰਗਤਾਂ ਨੇ ਉਹ ਵੀ ਸਤਿਕਾਰ ਕਰਦੀਆਂ। ਕਿ ਜਿਵੇਂ ਰਾਤ ਵੀ ਆਪ ਜੀ ਨੇ ਬਚਨ ਸੁਣਾਇਆ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ ਭਾਈ ਬਲਵੰਡ ਨੂੰ ਕਿ ਮੈਨੂੰ ਗੁਰੂ ਦੇ ਸ਼ਬਦ ਸੁਣਾ ਦੇ, ਮੇਰੀ ਲੋਚਾ ਮੈਂ ਸ਼ਬਦ ਸੁਣਨਾ ਚਾਹੁੰਦਾ ਤੇਰੇ ਕੋਲੋਂ। ਤੇ ਭਾਈ ਬਲਵੰਡ ਨੇ ਜਿਹੜਾ ਸੀ ਕਹਿ ਦਿੱਤਾ, ਚੌਂਕੀ ਵੇਲੇ ਸੁਣਾਵਾਂਗਾ, ਹੁਣ ਨਹੀਂ ਮੈਂ ਸੁਣਾ ਸਕਦਾ। ਤੇ ਜਦੋਂ ਮਹਾਰਾਜ ਜੀ ਨੂੰ ਪਤਾ ਲੱਗਾ ਸੀ ਤੇ ਮਹਾਰਾਜ ਜੀ ਦੇ ਕੋਲੇ ਜਾ ਕੇ ਬਲਵੰਡ ਨੇ ਜਦੋਂ ਚੌਂਕੀ ਵਿੱਚ ਸ਼ਬਦ ਸੁਣਾਉਣਾ ਚਾਹਿਆ ਤੇ ਮਹਾਰਾਜ ਗੁਰੂ ਅੰਗਦ ਦੇਵ ਜੀ ਨੇ ਸੁਣਿਆ ਹੀ ਨਹੀਂ। ਉਹ ਵਾਰ-ਵਾਰ ਸ਼ਬਦ ਸੁਣਾਵੇ, ਮਹਾਰਾਜ ਨੂੰ ਕਹਿੰਦਾ, ਮਹਾਰਾਜ ਕਹਿੰਦੇ ਕੰਨ ਹੀ ਨਹੀਂ ਧਰੇ ਮਹਾਰਾਜ ਜੀ ਨੇ ਉਧਰ। ਕਹਿੰਦਾ ਮਹਾਰਾਜ ਜੀ ਸ਼ਬਦ ਕਿਉਂ ਨਹੀਂ ਸੁਣਦੇ? ਮਹਾਰਾਜ ਜੀ ਕਹਿਣ ਲੱਗੇ, ਜਦੋਂ ਬਾਬਾ ਬੁੱਢਾ ਸਾਹਿਬ ਦੇ ਵਿੱਚ ਅਸੀਂ ਬੈਠ ਕੇ ਸੁਣਨਾ ਚਾਹੁੰਦੇ ਸੀ ਉਦੋਂ ਤਾਂ ਤੂੰ ਸੁਣਾਇਆ ਨਹੀਂ। ਕਿੰਨਾ ਦੇਖੋ ਕੋਈ ਫਰਕ ਥੋੜਾ ਰਹਿ ਜਾਂਦਾ ਸਿੱਖ ਦੇ ਵਿੱਚ ਤੇ ਗੁਰੂ ਦੇ ਵਿੱਚ। ਗੁਰੂ ਮਹਾਰਾਜ ਜੀ ਚੌਥੇ ਪਾਤਸ਼ਾਹ ਜੀ ਦੇ ਬਚਨ ਆਪਾਂ ਪੜ੍ਹਦੇ ਸੁਣਦੇ ਬਾਣੀ ਵਿੱਚ ਕਿ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ। ਵੀ ਜਿਹੜਾ ਗੁਰੂ ਹੈ ਨਾ ਉਹ ਸਿੱਖਾਂ ਵਿੱਚ ਹੀ ਵਰਤਦਾ, ਕਿਤੇ ਹੋਰ ਨਹੀਂ ਵਰਤਦਾ। ਤੇ ਜਿਹੜਾ ਸਿੱਖਾਂ ਦੇ ਗੁਰੂ ਦੀ ਖੁਸ਼ੀ ਲੈਣਾ ਚਾਹੁੰਦਾ, ਮਹਾਰਾਜ ਕਹਿੰਦੇ ਉਹ ਸਿੱਖਾਂ ਦੀ ਸੇਵਾ ਕਰ ਲਵੇ। ਜੇ ਕੋਈ ਪ੍ਰੇਮ, ਫਿਰ ਮਹਾਰਾਜ ਨੇ ਉੱਥੇ ਭਾਈ ਬਲਵੰਡ ਨੂੰ ਇਹ ਗੱਲ ਕਹੀ ਸੀ ਕਿ ਜੇ ਕੋਈ ਪ੍ਰੇਮ ਵਸ ਹੋ ਕਰਕੇ ਗੁਰੂ ਕਾ ਸਿੱਖ ਕੋਈ ਸ਼ਬਦ ਸੁਣਾਉਣ ਵਾਸਤੇ ਕਵੇ ਜਾਂ ਕੋਈ ਵਸਤੂ ਮੰਗੇ ਤਾਂ ਉਹਦੇ ਵਿੱਚ ਗੁਰੂ ਆਪ ਬੈਠ ਕੇ ਵਸਤੂ ਮੰਗ ਰਿਹਾ ਹੁੰਦਾ। ਸਾਨੂੰ ਉਸ ਸਿੱਖ ਦੀ ਮੰਗ ਪੂਰੀ ਕਰ ਦੇਣੀ ਚਾਹੀਦੀ ਹੈ। ਬਲਵੰਡ ਗੁੱਸੇ ਹੋ ਗਿਆ ਸੀ ਮਹਾਰਾਜ ਦੇ ਨਾਲ, ਕੀਰਤਨ ਨਹੀਂ ਕੀਤਾ ਇਹਨੇ, ਚਲਾ ਗਿਆ, ਭਟਕਦਾ ਰਿਹਾ। ਪਰ ਜਦੋਂ ਉਹਨੂੰ ਸੋਝੀ ਆਈ, ਕਿਸੇ ਨੇ ਕੋਈ ਅੰਨ ਨਹੀਂ ਦਿੱਤਾ, 5 ਦਿਨ ਭੁੱਖਾ ਰਿਹਾ, ਕਿਸੇ ਨੇ ਮੱਥੇ ਨਹੀਂ ਲਾਇਆ, ਫਿਰ ਇਹਨੂੰ ਸੋਝੀ ਆਈ ਆ ਕੇ ਮਹਾਰਾਜ ਕੋਲੋਂ ਮਾਫੀ ਮੰਗਦਾ। ਤੇ ਮਹਾਰਾਜ ਕਹਿੰਦੇ ਜਾ ਬਾਬਾ ਬੁੱਢਾ ਸਾਹਿਬ ਜੀ ਕੋਲੇ।
ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਮਹਾਰਾਜ ਨੂੰ ਬੇਨਤੀ ਕਰਕੇ ਭਾਈ ਬਲਵੰਡ ਨੂੰ ਬਖਸ਼ਾਇਆ ਸੀ ਕਿ ਮਹਾਰਾਜ ਮਾਫ ਕਰ ਦਿਓ। ਇਹ ਨਹੀਂ ਜਾਣਿਆ ਕਿ ਮੈਨੂੰ ਇਹਨੇ ਸ਼ਬਦ ਹੀ ਨਹੀਂ ਸੁਣਾਇਆ ਸੀ, ਈਰਖਾ ਨਹੀਂ ਮਨ ਵਿੱਚ ਰੱਖੀ। ਬਖਸ਼ਾਇਆ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਭਾਈ ਬਲਵੰਡ ਨੂੰ। ਕਹਿਣ ਤੋਂ ਭਾਵ ਕਿ ਗੁਰੂ ਰਾਮਦਾਸ ਜੀ ਮਹਾਰਾਜ ਦੇ 3 ਸੁਪੁੱਤਰ ਉਹਨਾਂ ਨੂੰ ਵੇਖਦੇ, ਸੇਵਾ ਕਰਦੇ, ਤੇ ਜਦੋਂ ਪ੍ਰੀਖਿਆ ਲਈ, ਪ੍ਰੀਖਿਆ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਸ ਹੋਏ ਗੁਰਤਾ ਗੱਦੀ ਵਾਸਤੇ। ਪਰ ਫਿਰ ਵੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਤੋਂ ਸਲਾਹ ਲਈ। ਕਹਿਣ ਲੱਗੇ ਮਹਾਰਾਜ, ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਆ ਗੁਰੂ ਰਾਮਦਾਸ ਜੀ ਮਹਾਰਾਜ ਕਿ ਬਾਬਾ ਜੀ ਤੁਸੀਂ ਆਦ ਸਿੱਖ ਹੋ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਤੁਸੀਂ ਦਰਸ਼ਨ ਕੀਤੇ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੇਵਾ ਵਿੱਚ ਰਹੇ, ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਸੇਵਾ ਵਿੱਚ ਰਹੇ, 3 ਪਾਤਸ਼ਾਹੀਆਂ ਦੇ ਤੁਸੀਂ ਦਰਸ਼ਨ ਕੀਤੇ, ਉਹਨਾਂ ਦੀ ਸੰਗਤ ਕੀਤੀ ਹੈ। ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਮੇਰਾ ਛੋਟਾ ਪੁੱਤਰ ਹੈ ਉਹਦੇ ਅੰਦਰ ਸਹਿਜ ਹੈਗਾ, ਉਹ ਗੁਰਤਾ ਗੱਦੀ ਦਾ ਅਧਿਕਾਰੀ ਹੈ? ਜੇ ਤੁਹਾਨੂੰ, ਕਿਉਂਕਿ ਤੁਸੀਂ ਸਿੱਖੀ ਨੂੰ ਮੇਰੇ ਨਾਲੋਂ ਵੱਧ ਕਮਾਇਆ ਹੋਇਆ, ਤੁਸੀਂ ਆਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਵੀ ਸੰਗਤ ਕੀਤੀ ਹੋਈ ਹੈ, ਇਸ ਕਰਕੇ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਸਹਿਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਅੰਦਰ ਹੈ, ਜਿਹੜਾ ਗਿਆਨ ਮਹਾਰਾਜ ਦੇ ਅੰਦਰ ਹੈ, ਉਹ ਮੇਰੇ ਪੁੱਤਰ ਵਿੱਚ ਆਇਆ ਕਿ ਨਹੀਂ ਆਇਆ? ਤੇ ਦੇਖੋ ਉੱਥੇ ਬਾਬਾ ਬੁੱਢਾ ਸਾਹਿਬ ਜੀ ਅੰਦਰ ਕਿੰਨੀ ਨਿਮਰਤਾ, ਹੱਥ ਜੋੜ ਕੇ ਕਹਿੰਦੇ ਕਿ ਮਹਾਰਾਜ ਜੀ ਇਹ ਤਾਂ ਆਪ ਜੀ ਦਾ ਕੌਤਕ ਹੈ ਨਾ, ਆਪ ਜੀ ਭਲੀ ਪ੍ਰਕਾਰ ਜਾਣਦੇ ਹੋ ਕਿ ਕੌਣ ਗੁਰਤਾ ਗੱਦੀ ਦਾ ਅਧਿਕਾਰੀ ਹੈ, ਪਰ ਫਿਰ ਵੀ ਜੇ ਮੇਰੇ ਕੋਲੋਂ ਪੁੱਛਦੇ ਹੋ ਮੈਂ ਤੁਹਾਡੀ ਕਿਰਪਾ ਨਾਲ ਦੱਸਦਾ। ਉੱਥੇ ਇਹ ਹੰਕਾਰ ਨਾਲ ਨਹੀਂ ਕਿਹਾ ਕਿ ਮਹਾਰਾਜ ਮੈਂ ਦੱਸਦਾ ਵੀ ਤੁਹਾਡਾ ਕਿਹੜਾ ਪੁੱਤਰ ਗੁਰਤਾ ਗੱਦੀ ਦਾ ਅਧਿਕਾਰੀ। ਹੱਥ ਜੋੜ ਕੇ ਕਹਿੰਦੇ ਨਹੀਂ ਮਹਾਰਾਜ ਆਪ ਜੀ ਕਿਰਪਾ ਕਰੋ ਤਾਂ ਮੈਂ ਦੱਸਦਾ ਕਿ ਤੁਹਾਡਾ ਛੋਟਾ ਪੁੱਤਰ ਜਿਹੜਾ ਅਰਜਨ ਹੈ ਨਾ, ਇਹ ਗੁਰਤਾ ਗੱਦੀ ਦਾ ਅਧਿਕਾਰੀ। ਇਹਦੇ ਵਿੱਚ ਸਾਰੇ ਗੁਣ ਨੇ ਜਿਹੜੇ ਗੁਰੂ ਬਣਨ ਦੇ ਵਿੱਚ ਹੋਣੇ ਚਾਹੀਦੇ ਆ। ਫਿਰ ਦੇਖੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ, ਤਿਲਕ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਲਾਇਆ। ਹੁਣ ਗੁਰਤਾ ਗੱਦੀ ਦੇ ਦਿੱਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ। ਫਿਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਦੋਂ ਗੁਰਤਾ ਗੱਦੀ ਦਿੱਤੀ, ਬਾਬਾ ਪ੍ਰਿਥੀ ਚੰਦ ਜਿਹੜਾ ਸੀ ਉਹ ਗੁੱਸੇ ਹੋ ਗਿਆ। ਉਹ ਗੁੱਸੇ ਦੇ ਵਿੱਚ ਉਹਨੇ ਕੀ ਬਚਨ ਕਹੇ? ਉਹਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਬਚਨ ਕਹੇ ਕਿ ਬਾਬਾ ਜੀ ਮੈਂ ਤੁਹਾਡਾ ਬੜਾ ਸਤਿਕਾਰ ਕਰਦਾ, ਤੁਹਾਨੂੰ ਆਦ ਸਿੱਖ ਗਿਣਦਾ ਕਿ ਤੁਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਕੀਤੀ, ਉਹਨਾਂ ਦੇ ਕੋਲੋਂ ਬਖਸ਼ਿਸ਼ਾਂ ਲਈਆਂ। ਮੈਨੂੰ ਆਪ ਜੀ ਤੇ ਬਹੁਤ ਵਿਸ਼ਵਾਸ ਸੀ ਕਿ ਗੁਰਤਾ ਗੱਦੀ ਜਿਹੜੀ ਆ ਤੁਸੀਂ ਮੈਨੂੰ ਦਿਵਾਓਗੇ, ਪਰ ਕਹਿੰਦੇ ਤੁਸੀਂ ਝੱਟ ਦੇ ਨੇ ਉੱਠ ਕਰਕੇ ਮੇਰੇ ਛੋਟੇ ਭਰਾ ਨੂੰ ਗੁਰਤਾ ਗੱਦੀ ਦਾ ਤਿਲਕ ਲਾ ਦਿੱਤਾ ਤੇ ਤੁਸੀਂ ਇਹ ਕੰਮ ਚੰਗਾ ਨਹੀਂ ਕੀਤਾ। ਹੁਣ ਦੇਖੋ ਪ੍ਰਿਥੀ ਚੰਦ ਦੀ ਸੋਚ ਸੀ ਕਿ ਗੁਰਤਾ ਗੱਦੀ ਐਸ਼ ਪ੍ਰਸਤੀ ਦੀ ਚੀਜ਼ ਹੈ, ਪਰ ਬਾਬਾ ਬੁੱਢਾ ਸਾਹਿਬ ਜੀ ਕੁਝ ਹੋਰ ਵੇਖ ਰਹੇ ਸੀ। ਪਰ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਬਚਨ ਕੀਤੇ ਪ੍ਰਿਥੀ ਚੰਦ ਨੇ, ਕਹਿਣ ਲੱਗਾ ਕਿ ਦੇਖੋ ਮੈਨੂੰ ਤੁਹਾਡੇ ਤੇ ਬੜਾ ਵਿਸ਼ਵਾਸ ਸੀ, ਜੇ ਤੁਸੀਂ ਕਹਿ ਦਿੰਦੇ ਨਾ ਮੇਰੇ ਪਿਤਾ ਜੀ ਨੂੰ ਕਿ ਤੁਹਾਡਾ ਵੱਡਾ ਪੁੱਤਰ ਗੁਰਤਾ ਗੱਦੀ ਦੇ ਲਾਇਕ ਹੈ ਤੇ ਤੁਹਾਡਾ ਬਚਨ ਮੇਰੇ ਪਿਤਾ ਨੇ ਮੰਨ ਕੇ ਗੁਰਤਾ ਗੱਦੀ ਮੈਨੂੰ ਦੇ ਦੇਣੀ ਸੀ, ਪਰ ਤੁਸੀਂ ਕਹਿੰਦੇ ਮੇਰਾ ਪੱਖ ਨਹੀਂ ਪੂਰਿਆ। ਕਹਿੰਦੇ ਫਿਰ ਬਾਬਾ ਪ੍ਰਿਥੀ ਚੰਦ ਜੀ ਇਹ ਕਹਿਣ ਲੱਗੇ ਜੇ ਮੈਂ ਸਰਕਾਰ ਦੇ ਕੋਲ ਚਲਾ ਜਾਵਾਂ, ਕਿਉਂਕਿ ਸਰਕਾਰ ਨਾਲ ਵੀ ਗੰਢ ਤੁਪ ਕੀਤੀ ਹੋਈ ਸੀ, ਕਹਿੰਦੇ ਜੇ ਮੈਂ ਸਰਕਾਰੇ ਦਰਬਾਰੇ ਚਲਾ ਜਾਵਾਂ, ਉੱਥੋਂ ਫਰਮਾਨ ਲੈ ਕੇ ਆ ਜਾਵਾਂ, ਤੁਹਾਡਾ ਤੇ ਮੇਰੇ ਪਿਤਾ ਜੀ ਦਾ ਫਿਰ ਕੀ ਬਣੇਗਾ, ਤੁਹਾਨੂੰ ਮੈਂ ਗ੍ਰਿਫਤਾਰ ਵੀ ਕਰਵਾ ਸਕਦਾ। ਤੇ ਉਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਬਚਨ ਕਹੇ ਸੀ, ਪ੍ਰਿਥੀ ਚੰਦ ਸੇਵਾ ਤੂੰ ਤਾਂ ਬਹੁਤ ਕਰਦਾ, ਪਰ ਤੇਰੇ ਕੋਲੇ ਨਿਮਰਤਾ ਨਹੀਂ ਹੈਗੀ। ਸੇਵਾ ਤੂੰ ਬਹੁਤ ਕਰਦਾ, ਹੁਣ ਗੁਰੂ ਘਰ ਦਾ ਪ੍ਰਬੰਧ ਸਾਰਾ ਉਹਦੇ ਕੋਲੇ ਸੀ, ਸੇਵਾ ਉਹੀ ਕਰਦਾ ਸੀ ਸਾਰੀ, ਸੰਗਤਾਂ ਦਾ ਨੂੰ ਲੰਗਰ ਛਕਾਉਣਾ, ਸੰਗਤਾਂ ਦੇ ਰਾਤ ਰਹਿਣ ਦਾ ਪ੍ਰਬੰਧ ਕਰਨਾ, ਲੈਣ ਦੇਣ ਦਾ ਸਾਰਾ ਕੰਮ ਉਹਦੇ ਕੋਲੇ, ਪਰ ਉਹਦੇ ਅੰਦਰ ਨਿਮਰਤਾ ਨਹੀਂ। ਬਾਬਾ ਬੁੱਢਾ ਸਾਹਿਬ ਜੀ ਉਹਨੂੰ ਕਹਿੰਦੇ ਤੇਰੇ ਅੰਦਰ ਨਿਮਰਤਾ ਨਹੀਂ ਹੈਗੀ, ਤੇਰੇ ਅੰਦਰ ਸ਼ਰਧਾ ਨਹੀਂ ਹੈਗੀ। ਬਾਬਾ ਬੁੱਢਾ ਸਾਹਿਬ ਜੀ ਨੇ ਉੱਥੇ ਬਚਨ ਕੀਤੇ ਕਿ ਸਿੱਖੀ ਦਾ ਮੂਲ ਜੜ ਜਿਹੜੀ ਹੈ ਉਹ ਸ਼ਰਧਾ ਹੈ। ਕਹਿੰਦੇ ਤੇਰੇ ਅੰਦਰ ਸ਼ਰਧਾ ਹੀ ਨਹੀਂ, ਤੂੰ ਆਪਣੇ ਪਿਤਾ ਨੂੰ ਪਿਤਾ ਹੀ ਸਮਝੀ ਜਾਣਾ, ਕਦੇ ਗੁਰੂ ਕਰਕੇ ਉਹਨੂੰ ਪੂਜਿਆ ਹੀ ਨਹੀਂ ਵੀ ਇਹ ਗੁਰੂ ਵੀ ਹੈ, ਵੀ ਤੂੰ ਪਿਤਾ ਹੀ ਸਮਝੀ ਗਿਆ ਉਹਨੂੰ ਸਾਰੀ ਉਮਰ, ਤੂੰ ਕਦੇ ਉਹਨੂੰ ਗੁਰੂ ਕਰਕੇ ਪੂਜਿਆ ਹੀ ਨਹੀਂ, ਤੇਰੇ ਅੰਦਰ ਸ਼ਰਧਾ ਨਹੀਂ ਬਣੀ। ਕਹਿੰਦੇ ਸ਼ਰਧਾ ਤੋਂ ਹੀ ਪ੍ਰੇਮ ਦੀ ਕੋਮਲ ਫੁੱਟਦੀ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸ਼ਰਧਾ ਤੋਂ ਹੀ ਪ੍ਰੇਮ ਦੀ ਕੋਮਲ ਫੁੱਟਦੀ ਹੈ, ਤੇ ਉਹ ਜਿਹੜੀ ਕੋਮਲ ਹੈ ਨਾ, ਉਹ ਛੋਟਾ ਜਿਹਾ ਬੂਟਾ ਫੁੱਟਦਾ ਜਦੋਂ
ਸ਼ਰਧਾ ਦੇ ਵਿੱਚੋਂ ਪ੍ਰੇਮ ਦਾ, ਤੇ ਉਹਨੂੰ ਸੰਭਾਲਣ ਵਾਸਤੇ ਨਿਮਰਤਾ ਹੋਣੀ ਬੜੀ ਜ਼ਰੂਰੀ, ਨਿਮਰਤਾ ਦੀ ਛਾਲ ਹੋਣੀ ਬੜੀ ਜ਼ਰੂਰੀ ਹੈ। ਹੁਣ ਆਪਾਂ ਦੇਖਦੇ ਹੀ ਆ ਨਾ, ਜੋ ਦਰਖਤ ਫੁੱਟਦੇ ਨੇ ਤੇ ਉਹਨਾਂ ਨੂੰ ਛਾਲ ਕਿੰਨੀ ਕਿੰਨੀ ਲੱਗ ਜਾਂਦੀ, ਛਿੱਲ ਜਿਹੜੀ ਉਹ ਦਰਖਤ ਦੀ ਰਾਖੀ ਕਰਨ ਵਾਸਤੇ ਹੀ ਹੁੰਦੀ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨਿਮਰਤਾ ਹੋਣੀ ਬੜੀ ਜ਼ਰੂਰੀ, ਫੇਰ ਹੀ ਜਾ ਕੇ ਅੱਗੇ ਵਿਰਾਗ ਦੇ ਫਲ ਲੱਗਦੇ ਨੇ, ਫੇਰ ਕਿਤੇ ਬ੍ਰਹਮ ਰੂਪ ਵਿਰਾਗ ਦੇ ਫੁੱਲ ਲੱਗਦੇ ਨੇ, ਤੇ ਬ੍ਰਹਮ ਰੂਪੀ ਬ੍ਰਹਮ ਗਿਆਨ ਰੂਪੀ ਫਲ ਜਿਹੜਾ ਫੇਰ ਹੀ ਪ੍ਰਾਪਤ ਹੁੰਦਾ ਜੇ ਨਿਮਰਤਾ ਦੀ ਛਾਲ ਹੋਵੇ, ਪ੍ਰੇਮ ਨੂੰ ਸੰਭਾਲਣ ਵਾਸਤੇ, ਸੇਵਾ ਨੂੰ ਸੰਭਾਲਣ ਵਾਸਤੇ। ਪਰ ਬਾਬਾ ਬੁੱਢਾ ਸਾਹਿਬ ਜੀ ਦੀ ਉਹਨਾਂ ਨੇ ਗੱਲ ਨਾ ਸੁਣੀ, ਫਿਰ ਉਹਨੇ ਪ੍ਰਚਾਰ ਕੀਤਾ ਕਿ ਮੇਰੇ ਪਿਤਾ ਨੂੰ ਜ਼ਹਿਰ ਦੇ ਕੇ ਮੇਰੇ ਛੋਟੇ ਭਰਾ ਨੇ ਮਾਰਿਆ। ਜਿੱਦਣ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਦਾ ਭੋਗ ਵਾਲਾ ਦਿਨ ਸੀ, ਤੇ ਬਾਬਾ ਜੀ ਨੂੰ ਪਤਾ ਸੀ, ਹੁਣ ਦੇਖੋ ਕਿੰਨੇ ਸਿਆਣੇ ਸੀ ਬਾਬਾ ਜੀ, ਕਿੰਨੀ ਉਹਨਾਂ ਦੀ ਬਰੀਕ ਬੁੱਧੀ ਸੀ। ਬਾਬਾ ਜੀ ਨੂੰ ਪਤਾ ਸੀ ਕਿ ਪ੍ਰਿਥੀ ਚੰਦ ਬਖੇੜਾ ਜ਼ਰੂਰ ਖੜਾ ਕਰੇਗਾ ਭੋਗ ਵਾਲੇ ਦਿਨ, ਤੇ ਉਹਨਾਂ ਨੇ ਫਿਰ 2 ਦਸਤਾਰਾਂ ਲਿਆਂਦੀਆਂ ਵੀ ਇੱਕ ਦਸਤਾਰ ਜਿਹੜੀ ਹੈ ਉਹ ਪ੍ਰਿਥੀ ਚੰਦ ਨੂੰ ਬੰਨਾਂਗੇ, ਜਿਵੇਂ ਪਿਤਾ ਚੜ੍ਹਾਈ ਕਰ ਜਾਵੇ ਤੇ ਵੱਡੇ ਪੁੱਤਰ ਨੂੰ ਪਿਤਾ ਦੀ ਪੱਗ ਬੰਨੀ ਜਾਂਦੀ ਹੈ, ਤੇ ਜਿਹੜੀ ਗੁਰਤਾ ਗੱਦੀ ਦੀ ਪੱਗ ਹੈ ਉਹ ਪੱਗ ਜਿਹੜੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੰਨਾਂਗੇ। 2 ਪੱਗਾਂ ਲੈ ਕੇ ਆਂਦੀਆਂ। ਜਿੱਦਣ ਭੋਗ ਵਾਲਾ ਦਿਨ ਸੀ, ਬਾਬਾ ਪ੍ਰਿਥੀ ਚੰਦ ਦੇ ਪੱਗ ਬੰਨ ਦਿੱਤੀ ਬਾਬਾ ਬੁੱਢਾ ਸਾਹਿਬ ਜੀ ਨੇ, ਮਰਨੇ ਦੀ ਪੱਗ, ਪਿਤਾ ਦੀ ਪੱਗ ਬੰਨ ਦਿੱਤੀ ਗਈ ਵੀ ਤੂੰ ਵੱਡਾ ਪੁੱਤਰ ਹੈ, ਤੇਰੇ ਕੋਲ ਸਾਰੀ ਘਰ ਦੀ ਜ਼ਿੰਮੇਵਾਰੀ। ਪਰ ਜਦੋਂ ਗੁਰਤਾ ਗੱਦੀ ਦੀ ਪੱਗ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੰਨਣ ਲੱਗੇ ਨਾ, ਪ੍ਰਿਥੀ ਚੰਦ ਨੇ ਉਹ ਵੀ ਖੋਲੀ। ਜਦੋਂ ਉਹ ਵੀ ਖੋਹ ਲਈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਹੱਥ ਜੋੜ ਕੇ ਕਹਿੰਦੇ ਆ ਕਿ ਭਰਾ ਅੱਜ ਪਿਤਾ ਦਾ ਭੋਗ ਵਾਲਾ ਦਿਨ, ਅੱਜ ਬਖੇੜਾ ਨਾ ਪਾ, ਮੈਂ ਪੱਗ ਕੀ ਕਰਨੀ ਹੈ, ਜਾ ਸਿਰ ਤੇ ਇਹ ਵੀ ਤੂੰ ਬੰਨ ਲਾ। ਗੱਲ ਹੁਣ ਕੱਲੀ ਬਾਹਰਲੇ ਕੱਪੜੇ ਦੀ ਪੱਗ ਦੀ ਨਹੀਂ ਸੀ, ਗੱਲ ਤਾਂ ਅੰਦਰ ਦੀ ਸੀ ਨਾ, ਜਿਹੜਾ ਅੰਦਰ ਕੁਝ ਬਣਿਆ ਹੋਇਆ, ਅੰਦਰ ਗੁਣਾ ਦਾ ਸਾਗਰ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ। ਗੱਲ ਤਾਂ ਅੰਦਰ ਦੀ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਉਹ ਸਭ ਕੁਝ ਵੇਖਿਆ। ਫਿਰ ਕੀ ਹੋਇਆ, ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਬਖੇੜੇ ਤੋਂ ਹੀ ਡਰਦੇ ਵੀ ਪਰਿਵਾਰ 'ਚ ਬਖੇੜਾ ਨਾ ਵਧੇ, ਮਹਾਰਾਜ ਜੀ ਗੁਪਤ ਹੋ ਗਏ, ਫਿਰ ਚੁੱਪ ਕਰਕੇ ਬੈਠ ਗਏ, ਕੋਈ ਪ੍ਰਚਾਰ ਨਹੀਂ ਕਰਦੇ, ਕਿਤੇ ਨਹੀਂ ਨਿਕਲਦੇ। ਫਿਰ ਪ੍ਰਿਥੀ ਚੰਦ ਨੂੰ ਮੌਕਾ ਮਿਲਿਆ, ਉਹਨੇ ਸੰਗਤਾਂ ਵਿੱਚ ਪ੍ਰਚਾਰ ਕੀਤਾ ਮਸੰਦਾਂ ਨੂੰ ਲੈ ਕੇ ਕਿ ਗੁਰੂ ਮੈਂ ਹੀ ਬਣਿਆ। ਫਿਰ ਉਹਨੇ ਅੰਮ੍ਰਿਤਸਰ ਸਾਹਿਬ ਦੀ ਨਾਕਾਬੰਦੀ ਕਰ ਦਿੱਤੀ। ਜਦੋਂ ਨਾਕਾਬੰਦੀ ਕਰ ਦਿੱਤੀ ਕਿ ਜਿੰਨੀਆਂ ਵੀ ਸੰਗਤਾਂ ਆਉਂਦੀਆਂ, ਉਹਨਾਂ ਸੰਗਤਾਂ ਦੇ ਕੋਲੋਂ ਸਾਰੀ ਮਾਇਆ, ਜਿੰਨੀਆਂ ਵੀ ਉਹ ਭਟਾਵਾਂ ਲੈ ਕੇ ਆਉਂਦੀਆਂ, ਕੋਈ ਕੱਪੜਾ, ਕੋਈ ਲੰਗਰ ਦਾ ਰਾਸ਼ਨ ਲੈ ਕੇ ਆਉਂਦਾ, ਕੋਈ ਮਾਇਆ ਲੈ ਕੇ ਆਉਂਦਾ, ਉਹ ਪ੍ਰਿਥੀ ਚੰਦ ਸਭ ਕੁਝ ਆਪਣੇ ਕੋਲ ਸਾਂਭੀ ਜਾਂਦਾ। ਤੇ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਵਿੱਚ ਲੰਗਰ ਚੱਲਦਾ ਸੀ ਤੇ ਉੱਥੇ ਭੇਜ ਦਿਆ ਕਰਦਾ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਸੇ ਨੂੰ ਕੁਝ ਨਹੀਂ ਕਹਿੰਦੇ। ਬਾਬਾ ਬੁੱਢਾ ਸਾਹਿਬ ਜੀ ਨੇ ਬਹੁਤ ਯਤਨ ਕੀਤੇ, ਉਦੋਂ ਬੜੇ ਯਤਨ ਕੀਤੇ ਕਿ ਕਵੇਂ ਨਾ ਕਵੇਂ ਇਹ ਪ੍ਰਿਥੀ ਚੰਦ ਤੋਂ ਇਹ ਗੁਰੂ ਘਰ ਦੀ ਜਿਹੜੀ ਨਾਕਾਬੰਦੀ ਕਰੀ ਬੈਠਾ ਨਾ, ਇਹਨੂੰ ਹਟਾਇਆ ਜਾਵੇ। ਯਤਨ ਕਰਦੇ ਰਹੇ ਪਰ ਉਹਨਾਂ ਦੀ ਪੇਸ਼ ਨਾ ਗਈ। ਫਿਰ ਉਹਨਾਂ ਨੂੰ ਇੱਕ ਸਾਥੀ ਮਿਲਿਆ, ਆਗਰੇ ਤੋਂ ਆਏ ਭਾਈ ਗੁਰਦਾਸ ਜੀ। ਤੇ ਜਦੋਂ ਉਹਨਾਂ ਨੇ ਆ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ, ਉਹਨਾਂ ਨੂੰ ਛੋਲਿਆਂ ਦੇ ਪ੍ਰਸ਼ਾਦੇ ਮਿਲੇ, ਕਣਕ ਦਾ ਪ੍ਰਸ਼ਾਦਾ ਹੀ ਨਾ ਮਿਲਿਆ, ਕਿਉਂਕਿ ਉਦੋਂ ਕਣਕ ਦੇ ਪ੍ਰਸ਼ਾਦੇ ਗੁਰੂ ਘਰ ਵਿੱਚ ਵਰਤਦੇ ਹੁੰਦੇ ਸੀ। ਪਰ ਜ਼ਿਆਦਾਤਰ ਲੋਕ ਉਦੋਂ ਮੱਕੀ, ਛੋਲੇ, ਇਹਨਾਂ ਦੇ ਪ੍ਰਸ਼ਾਦੇ ਛਕ ਲਿਆ ਕਰਦੇ। ਅੱਜ ਜਿਵੇਂ ਇਹ ਚੀਜ਼ਾਂ ਮਹਿੰਗੀਆਂ ਨੇ, ਆਪਾਂ ਇਹ ਚੀਜ਼ਾਂ ਨੂੰ ਛਕ ਕੇ ਖੁਸ਼ ਹੁੰਨੇ ਆ, ਕਣਕ ਦਾ ਪ੍ਰਸ਼ਾਦਾ ਘੱਟ ਛਕਦੇ। ਪਰ ਉਦੋਂ ਕਣਕ ਵਿਰਲੀ ਹੋਇਆ ਕਰਦੀ ਸੀ। ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਾ ਕੇ ਕਿ ਮਹਾਰਾਜ ਕੀ ਗੱਲ ਹੋ ਗਈ। ਗੁਰੂ ਅੰਗਦ ਦੇਵ ਜੀ ਮਹਾਰਾਜ ਵੇਲੇ ਲੰਗਰ ਦੇ ਵਿੱਚ ਘਿਓ ਵਾਲੀ ਖੀਰ ਵਰਤਿਆ ਕਰਦੀ ਸੀ, ਕੀ ਤੁਸੀਂ ਹੁਣ ਕੰਜੂਸ ਹੋ ਗਏ, ਮਾਇਆ ਜੋੜਨ ਲੱਗ ਪਏ ਵੀ ਛੋਲਿਆਂ ਦੇ ਪ੍ਰਸਾਦੇ ਉਹ ਵੀ ਸੁੱਕੇ ਵੀ ਜਿਹੜੇ ਲੰਘਦੇ ਨਹੀਂ ਅੰਦਰ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਮੈਨੂੰ ਕੁਝ ਨਹੀਂ ਪਤਾ, ਤੁਹਾਡੀ ਭੈਣ ਹੈ, ਉਹਨਾਂ ਨੂੰ ਜਾ ਕੇ ਪੁੱਛ ਲਓ, ਬੀਬੀ ਭਾਨੀ ਜੀ, ਭਾਈ ਗੁਰਦਾਸ ਜੀ ਦੀ ਭੈਣ ਲੱਗਦੇ ਸੀ, ਜਾ ਕੇ ਉਹਨਾਂ ਨੂੰ ਪੁੱਛ ਲਓ। ਜਦੋਂ ਭਾਈ ਗੁਰਦਾਸ ਜੀ ਗਏ, ਜਾ ਕੇ ਬੀਬੀ ਭਾਨੀ ਜੀ ਨੂੰ ਪੁੱਛਿਆ ਤੇ ਬੀਬੀ ਭਾਨੀ ਜੀ ਨੇ ਸਭ ਕੁਝ ਦੱਸ ਦਿੱਤਾ ਕਿ ਗੁਰਤਾ ਗੱਦੀ ਮੇਰੇ ਛੋਟੇ ਪੁੱਤਰ ਨੂੰ ਮਿਲੀ ਹੈ, ਪਰ ਮੇਰਾ ਵੱਡਾ ਪੁੱਤਰ ਜਿਹੜਾ ਪ੍ਰਿਥੀ ਚੰਦ ਹੈ ਉਹ ਸਾਰੇ ਬਖੇੜੇ ਦੀ ਜੜ ਉਹ ਹੈ। ਫਿਰ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਰਲ ਕੇ ਫਿਰ ਨਾਕਾਬੰਦੀ ਕੀਤੀ। ਪਿਪਲੀ ਸਾਹਿਬ ਸਥਾਨ ਵਾਲੇ ਕਈ ਵਿਦਵਾਨਾਂ ਨੇ ਲਿਖਿਆ ਕਿ ਪਿਪਲੀ ਸਾਹਿਬ ਜਿਹੜਾ ਸਥਾਨ ਬਣਿਆ ਹੋਇਆ ਨਾ, ਉਸ ਸਥਾਨ ਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਭਾਈ ਗੁਰਦਾਸ ਜੀ ਨੇ ਇੱਕ ਥੜਾ ਬਣਾਇਆ। ਥੜੇ ਦੇ ਉੱਤੇ ਵਸਤਰ ਵਿਛਾ ਕੇ ਚੌਰ ਸਾਹਿਬ ਰੱਖ ਦਿੱਤਾ
ਤੇ ਜਿਹੜੀਆਂ ਵੀ ਸੰਗਤਾਂ ਆਉਂਦੀਆਂ ਉਹਨਾਂ ਸੰਗਤਾਂ ਨੂੰ ਕਹਿੰਦੇ ਆ ਕਿ ਤੁਸੀਂ ਜਿੰਨੀ ਵੀ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਥੜਾ, ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਕੇ ਗਏ ਆ, ਤੇ ਤੁਸੀਂ ਇੱਥੇ ਜਿੰਨੀ ਵੀ ਭੇਟਾ ਹੈ ਇੱਥੇ ਨਮਸਕਾਰ ਕਰੋ ਤੇ ਜਾ ਕੇ ਲੰਗਰ ਛਕੋ। ਹੁਣ ਸਾਰੀ ਭੇਟਾ ਉੱਥੇ ਰਖਾ ਲਿਆ ਕਰਦੇ, ਤੇ ਅੱਗੇ ਪ੍ਰਿਥੀ ਚੰਦ ਦਾ ਨਾਕਾ ਸੀ, ਤੇ ਸੰਗਤਾਂ ਜਦੋਂ ਪ੍ਰਿਥੀ ਚੰਦ ਕੋਲੇ ਜਾਂਦੀਆਂ ਉਦੋਂ ਤੱਕ ਖਾਲੀ ਹੋ ਜਾਂਦੀਆਂ ਸੀ। ਗੁਰੂ ਘਰ ਦਾ ਲੰਗਰ ਵਧੀਆ ਚੱਲਣ ਲੱਗ ਪਿਆ, ਪ੍ਰਬੰਧ ਠੀਕ ਹੋ ਗਿਆ, ਪਰ ਪ੍ਰਿਥੀ ਚੰਦ ਫਿਰ ਸੰਗਤਾਂ ਨੂੰ ਕੁੱਟਣ ਲੱਗ ਪਿਆ, ਮਾਰਨ ਲੱਗ ਪਿਆ। ਮਸੰਦਾਂ ਨੂੰ ਭੇਜ ਕੇ ਕਹਿਣਾ ਕਿ ਸੰਗਤ ਨੂੰ ਮਾਰਨਾ ਕੁੱਟਣਾ ਡਰਾਵੇ ਦੇਣੇ ਕਿ ਤੁਸੀਂ ਭੇਟਾ ਸਾਨੂੰ ਦਿਓ। ਇਸ ਤਰ੍ਹਾਂ ਗੁਰੂ ਘਰ ਦੀ ਨਾਕਾਬੰਦੀ ਜਿਹੜੀ ਪ੍ਰਿਥੀ ਚੰਦ ਨੇ ਕੀਤੀ ਸੀ, ਉਹ ਨਾਕਾਬੰਦੀ ਨੂੰ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਨੇ ਹਟਾਇਆ। ਫਿਰ ਬੇਨਤੀ ਕਰਕੇ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਬਾਹਰ ਨਹੀਂ ਨਿਕਲਦੇ ਸੀ, ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਜੇ ਤੁਸੀਂ ਬਾਹਰ ਨਾ ਨਿਕਲੇ, ਕਿਸੇ ਨੂੰ ਜਾ ਕੇ ਨਾ ਦੱਸਿਆ ਕਿ ਅਸਲੀ ਜੋਤ ਮੇਰੇ ਕੋਲੇ ਆ ਗੁਰੂ ਨਾਨਕ ਸਾਹਿਬ ਦੀ, ਮੇਰੇ ਪਿਤਾ ਨੇ ਮੈਨੂੰ ਗੁਰਤਾ ਗੱਦੀ ਦਿੱਤੀ ਹੋਈ ਹੈ, ਫਿਰ ਸੰਗਤਾਂ ਦਾ ਵਿਸ਼ਵਾਸ ਟੁੱਟ ਜਾਵੇਗਾ, ਸੰਗਤਾਂ ਨੂੰ ਗੁਰੂ ਨਹੀਂ ਲੱਭਣਾ। ਫਿਰ ਉਹ ਤਾਂ ਫਿਰ ਪ੍ਰਿਥੀ ਚੰਦ ਕੋਲੇ ਜਾਣਗੀਆਂ ਨਾ, ਤੁਸੀਂ ਤਾਂ ਅੰਦਰ ਵੜ ਕੇ ਬੈਠੇ ਹੋਏ ਹੋ। ਫਿਰ ਜਦੋਂ ਪ੍ਰਚਾਰ ਫੇਰੀ ਤੇ ਨਿਕਲੇ ਗੁਰੂ ਅਰਜਨ ਦੇਵ ਜੀ ਮਹਾਰਾਜ, ਮਹਾਰਾਜ ਜੀ ਨੇ ਪ੍ਰਚਾਰ ਕੀਤਾ, ਫਿਰ ਉਦੋਂ ਸਾਰੀ ਸਾਂਭ ਸੰਭਾਲ ਜਿਹੜੀ ਰਾਮਦਾਸਪੁਰ ਦੀ ਸਾਂਭ ਸੰਭਾਲ ਸੀ ਨਾ, ਉਹ ਬਾਬਾ ਬੁੱਢਾ ਸਾਹਿਬ ਜੀ ਨੂੰ ਸੰਭਾਲ ਕੇ ਜਾਂਦੇ ਰਹੇ। ਫਿਰ ਉੱਥੇ ਸਰੋਵਰ ਦੀ ਸੇਵਾ ਵੀ ਸ਼ੁਰੂ ਹੋਈ, ਤੇ ਸਰੋਵਰ ਦੀ ਸੇਵਾ ਵਿੱਚ ਵੀ ਬਾਬਾ ਬੁੱਢਾ ਸਾਹਿਬ ਦਾ ਯੋਗਦਾਨ। ਅੱਜ ਵੀ ਜਦੋਂ ਆਪਾਂ ਹਰਮੰਦਰ ਸਾਹਿਬ ਦੀ ਪਰਿਕਰਮਾ ਕਰਦੇ ਆ, ਸਰੋਵਰ ਦੀ ਪਰਿਕਰਮਾ ਕਰਦੇ ਤੇ ਉੱਥੇ ਬੇਰ ਬਾਬੇ ਬੁੱਢੇ ਸਾਹਿਬ ਜੀ ਦੀ ਆਉਂਦੀ ਹੈ ਨਾ, ਬੇਰੀ ਬਾਬਾ ਬੁੱਢਾ ਸਾਹਿਬ ਜੀ ਦੀ, ਉਹਨੂੰ ਨਮਸਕਾਰ ਕਰਦੇ ਆ। ਉਸ ਜਗ੍ਹਾ ਤੇ ਬੈਠ ਕੇ ਬਾਬਾ ਜੀ ਸੰਗਤਾਂ ਨੂੰ, ਗੁਰੂ ਅਰਜਨ ਦੇਵ ਜੀ ਮਹਾਰਾਜ ਬਾਹਰ ਇਲਾਕਿਆਂ ਵਿੱਚ ਪ੍ਰਚਾਰ ਕਰਦੇ, ਤੇ ਜਿੰਨੀਆਂ ਵੀ ਸੰਗਤਾਂ ਉੱਥੇ ਆਉਂਦੀਆਂ ਉਹ ਸੰਗਤਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਉਪਦੇਸ਼ ਦਿਆ ਕਰਦੇ ਸੀ, ਤੇ ਸੰਗਤਾਂ ਕੋਲੋਂ ਸਰੋਵਰ ਦੀ ਸੇਵਾ ਕਰਵਾਇਆ ਕਰਦੇ। ਉਹ ਤਾਂ ਉਸ ਯਾਦ ਦੇ ਵਿੱਚ ਉਹ ਬੇਰੀ ਅੱਜ ਤੱਕ ਉਸ ਸਥਾਨ ਦੇ ਉੱਤੇ ਹੈ, ਤੇ ਸੰਗਤਾਂ ਉੱਤੇ ਸ਼ਰਧਾ ਭਾਵਨਾ ਦੇ ਨਾਲ ਨਮਸਕਾਰ ਕਰਦੀਆਂ। ਉਸ ਬੇਰੀ ਨੂੰ ਬਾਬੇ ਬੁੱਢੇ ਕੀ ਬੇਰ ਕਿਹਾ ਜਾਂਦਾ। ਦੇਖੋ ਕਿੰਨਾ ਸਤਿਕਾਰ ਹੈ ਗੁਰੂ ਘਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ। ਫਿਰ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਚਾਰ ਫੇਰੀਆਂ ਤੇ ਰਹੇ, ਉਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਬੰਧ ਸੰਭਾਲਿਆ। ਫਿਰ ਜਦੋਂ ਹਰਮੰਦਰ ਸਾਹਿਬ ਦੀ ਉਸਾਰੀ ਕੀਤੀ, ਉਦੋਂ ਵੀ ਬਾਬਾ ਬੁੱਢਾ ਸਾਹਿਬ ਜੀ ਸੇਵਾ ਵਿੱਚ ਰਹੇ। ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਲਿਖਵਾਉਣਾ ਸੀ, ਮੀਨੇ ਜਿਹੜੇ ਸੀ ਬਾਣੀ ਦੇ ਵਿੱਚ ਰਲਾ ਪਾਉਣ ਲੱਗ ਪਏ ਸੀ। ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ, ਉਹਨੇ ਆਪਣਾ ਇੱਕ ਗ੍ਰੰਥ ਬਣਾ ਲਿਆ ਸੀ, ਤੇ ਭਾਈ ਗੁਰਦਾਸ ਜੀ ਨੇ ਦੱਸਿਆ ਕਿ ਸ਼ਬਦ ਜਿਹੜਾ ਰਾਗੀਆਂ ਨੇ ਪੜ੍ਹਿਆ ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਨਹੀਂ ਹੈ। ਤਾਂ ਉਦੋਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਦਾ ਸਰੂਪ ਤਿਆਰ ਕਰਨਾ ਸੀ, ਬਾਣੀ ਜਿਹੜੀ ਸਤਿਗੁਰਾਂ ਦੀ ਵੱਖਰੀ ਕਰਨੀ ਸੀ, ਤਾਂ ਉਦੋਂ ਰਾਮਸਰ ਸਰੋਵਰ ਵਾਲਾ ਸਥਾਨ ਚੁਣਿਆ ਗਿਆ। ਤੇ ਉਦੋਂ ਵੀ ਸਾਰੀ ਸੇਵਾ, ਕਿਉਂਕਿ ਇਹ ਕਾਰਜ ਜਿਹੜਾ ਬੜਾ ਵੱਡਾ ਸੀ, ਕਈ ਸਾਲ ਵੀ ਲੱਗ ਸਕਦੇ ਸੀ ਕਾਰਜ ਤੇ, ਬਾਣੀ ਇਕੱਤਰ ਕਰਨੀ, ਫਿਰ ਛਾਂਟੀ ਕਰਨੀ ਵੀ ਕਿਹੜੀ ਗੁਰੂ ਦੀ ਹੈ ਕਿਹੜੀ ਗੁਰੂ ਦੀ ਨਹੀਂ ਹੈ, ਤੇ ਬਹੁਤ ਵੱਡਾ ਕਾਰਜ ਸੀ, ਤੇ ਇਸ ਕਾਰਜ ਨੂੰ ਕਾਫੀ ਸਮਾਂ ਲੱਗਣਾ ਸੀ। ਤਾਂ ਉਦੋਂ ਵੀ ਬਾਬਾ ਬੁੱਢਾ ਸਾਹਿਬ ਜੀ ਉਦੋਂ ਬੀੜ ਦੇ ਵਿੱਚ ਸੇਵਾ ਕਰਿਆ ਕਰਦੇ ਸੀ। ਸਾਡਾ ਇਤਿਹਾਸ ਦੱਸਦਾ ਕਿ ਬੀੜ ਵਿੱਚ ਸੇਵਾ ਕਰਦੇ, ਉੱਥੋਂ ਸੱਦਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿ ਬਾਬਾ ਜੀ ਹੁਣ ਅਸੀਂ ਇਸ ਕਾਰਜ ਦੇ ਵਿੱਚ ਲੱਗਣ ਲੱਗੇ ਆ, ਤੇ ਸਾਡੇ ਕੋਲ ਸੰਗਤ ਜਿਹੜੀ ਬਹੁਤ ਘੱਟ ਆਉਣੀ ਚਾਹੀਦੀ। ਜਦੋਂ ਸਮਾਂ ਹੋਆ ਉਦੋਂ ਸੰਗਤ ਨੂੰ ਅਸੀਂ ਮਿਲਿਆ ਕਰਾਂਗੇ, ਪਰ ਜਿੰਨਾ ਚਿਰ ਅਸੀਂ ਬਾਣੀ ਦਾ ਕਾਰਜ ਕਰਾਂਗੇ, ਸਵੇਰੇ ਸ਼ਾਮ ਜੋ ਸਮਾਂ ਰੱਖਿਆ ਉਹਦੇ ਵਿੱਚ ਜੋ ਬਾਣੀ ਦਾ ਅਸੀਂ ਕਾਰਜ ਕਰਾਂਗੇ ਨਾ, ਉਦੋਂ ਜਿੰਨੀ ਵੀ ਸੰਗਤ ਆਵੇਗੀ ਉਸ ਸੰਗਤ ਦਾ ਪ੍ਰਬੰਧ ਸਾਰਾ ਤੁਹਾਡੇ ਕੋਲ ਹੈ। ਤੁਸੀਂ ਉਸ ਸੰਗਤ ਨੂੰ ਗੁਰਬਾਣੀ ਦਾ ਉਪਦੇਸ਼ ਦੇਣਾ। ਤੇ ਦੇਖੋ ਇਹ ਗੁਰੂ ਦਾ ਕਰਮ ਹੈ ਕਿ ਗੁਰੂ ਜਦੋਂ ਵੀ ਚਾਹੇ ਆਪਣੇ ਸਿੱਖ ਕੋਲੋਂ ਗੁਰੂ ਦਾ ਕੰਮ ਲੈ ਸਕਦਾ, ਸਾਨੂੰ ਨਹੀਂ ਉਹਨੇ ਪੁੱਛਣਾ। ਅੱਜ ਜਿਹੜੇ ਕਹਿੰਦੇ ਨਾ ਜੀ ਕਿ ਬਾਬਾ ਬੁੱਢਾ ਸਾਹਿਬ ਜੀ ਕਿਵੇਂ ਪੁੱਤਰਾਂ ਦੇ ਦਾਨੀ ਹੋ ਗਏ ਜੀ, ਕਿਵੇਂ ਉਹਨਾਂ ਨੇ ਅਰਦਾਸ ਕਰ ਦਿੱਤੀ, ਗੁਰੂ ਅਰਜਨ ਦੇਵ ਜੀ ਮਹਾਰਾਜ ਨਹੀਂ ਕਰ ਸਕਦੇ, ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਪੁੱਛਣਾ ਸੀ? ਸਾਡੇ ਤੋਂ ਪੁੱਛ ਕੇ ਭੇਜਣਾ ਸੀ ਕਿਸੇ ਨੂੰ? ਉਹ ਆਪਣੀ ਮਰਜ਼ੀ ਦੇ ਮਾਲਕ ਨੇ, ਜਿਹਦੇ ਮਰਜ਼ੀ ਸਿਰ ਤੇ ਹੱਥ ਰੱਖ ਕਰਕੇ ਕਿਸੇ ਤੋਂ ਕਾਰਜ ਕਰਵਾ ਸਕਦੇ। ਬਾਣੀ ਵਿੱਚ ਬਚਨ ਆਉਂਦਾ, ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਵੀ ਉਹ ਨਾ ਕਿਸੇ ਨਾਲ ਸਲਾਹ ਕਰਦਾ, ਨਾ ਕਿਸੇ ਦੇ ਨੂੰ ਪੁੱਛਣ ਜਾਂਦਾ ਕਿ ਮੈਂ ਆ ਕੰਮ ਕਰਨ ਲੱਗਾ। ਉਹ ਆਪਣੀ ਮਰਜ਼ੀ ਅਨੁਸਾਰ ਚੱਲਦਾ, ਤੇ ਜਿਹਦਾ ਮਰਜ਼ੀ ਉਹ ਨਾਂ ਲੈ ਦੇਵੇ, ਜਿਹਦੇ ਤੇ ਮਰਜ਼ੀ ਉਹ ਬਖਸ਼ਿਸ਼ ਕਰ ਦੇ। ਦੇਖੋ ਕਿੱਡੇ ਵੱਡੇ ਕਾਰਜ ਜਿਹੜੇ ਸੀ ਬਾਬਾ ਬੁੱਢਾ ਸਾਹਿਬ ਜੀ ਤੋਂ ਕਰਾਏ ਗਏ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰਾਏ।
फिर उस तो अगे आपां इतिहास दे विच पढ़दे सुणदे आउंदे आ कि बाबा बुढ़ा साहब जी नूं जदों गुरु ग्रंथ साहब जी महाराज दा सरूप तैयार हो गया, उदों हैड ग्रंथी बनाया। सारी रात महाराज जी जागदे रहे, क्योंकि जिहड़ा माता गंगा जी वाला प्रसंग वो आपां कल सरवण करांगे भोग दे समय ते। देखो जदों तकरीबन साडे विद्वान कहिंदे 98 साल की उम्र सी बाबा जी की, 98 साल की, जदों हैड ग्रंथी बनाया गया। सारी रात महाराज जी ने सरूप तैयार कर लिया। सारी रात महाराज जी थल्ले चादर ते आराम किया। महाराज जी ने ग्रंथ साहब नूं एक पीढ़े दे उत्ते विराजमान किया है, एक पलंग दे उत्ते। हुण सारी रात महाराज जी सोचते रहे कि पंथ दे वास्ते एक ग्रंथ दा तैयार हो गया, पर हुण इस ग्रंथ की सांभ संभाल वास्ते किहनूं चुनिया जावे। फिर उन्होंने देखो जिवें भाई संतोख सिंह जी लिखते ना कि गुरु नानक साहब जी महाराज दे पुत्रां वल्ली वेखिया, बाबा श्री चंद जी वल्ली, ते मन में आया मना वो तो पहला भी महाराज जी की अंश बंश होने करके हंकारी हो गए सी, पर जे किते इन्हां नूं महाराज की सेवा विच ला दिता, ग्रंथ की सेवा दे दी, की पता उन्हां कोलों सांभी जावे कि ना सांभी जावे। फिर गुरु अंगद देव जी महाराज के पुत्र वेखे, उन्होंने भी वेखिया भी वो भी तो हंकारी हो गए सी, अपने आप को गुरु का पुत्र कहाउण करके। गुरु अमरदास जी महाराज के पुत्र वाल वेखिया, बाबा मोहन जी वाल, कि वो तो पहला ही अफारे दे रोग ही हो गए सी। महाराज ने कह दिता सी तू आफर गया। अफारे का रोग भी गुरु अर्जन देव जी महाराज ने दूर किया सी उन्हां दा। बाबा मोहन जी ना बहुत दुखी रहिंदे सी, जदों बचन नहीं मन्निया सी, अफारा हो गया। महाराज ने कहा तू आफर गया, ते अफारा हो गया, उन्होंने आफरिया रहा करी। फिर जो बहुत तंग होने लग पिया, जिथे गुरु अमरदास जी महाराज की याद च थड़ा बनाया सी, संस्कार किया सी ना महाराज जी का, उत्थे कहंदे थड़े कोले जाके बाबा मोहन जी रोए। फिर रो रो के बेनतियां करदे कि गुरु पिता जी मेरे कोलों गलती हो गई बहुत वड्डी, मैं तुहाडा वचन नहीं मन सकिया, पर हुण मेरा अफारा दूर कर दिओ, मैं बहुत तंग रहिंदा, मेरा शरीर नहीं ठीक रहिंदा। तां कहंदे गुरु अमरदास जी महाराज ने उत्थे वचन कीता सी, आकाशबाणी कह लईए आपां होई, उत्थों वचन होया कि गुरु अर्जन देव जी महाराज तेरे कोले आउणगे पोथियां लैण वास्ते गुरबाणी दीआं, ते तू उन्हां नूं प्रेम शरधा भावना नाल पोथियां दे के उन्हां दे चरणां ते नमस्कार करके माफी मंग लई, तेरा अफारे दा रोग दूर हो जावेगा। गुरु अर्जन देव जी महाराज ने रोग दूर किया बाबा मोहन जी का। पर गुरु अर्जन देव जी महाराज ने वेख्या कि वह तो पहले ही हंकारी हो चुके सी, भावें बाद च गुरु की शरण च सारे ही आ गए, बाबा श्री चंद जी भी आ गए, दातू जी हुणी भी आ गए, बाबा मोहन जी भी आ गए। जो गलती का एहसास हो गया, ये गुरु घर इहो जिहा है, ये नहीं कि जे किसी ने गलती कर दी तो उन्होंने छेक दिता, मुड़ के दोबारा पंथ विच शामिल नहीं हो सकता। हाँ वो हो सकता है जे उन्होंने अपनी गलती का एहसास हो जाए, निमाणा निताणा होके आके पेश हो जाए, तो उन्होंने पंथ माफ भी कर देता, बख्श भी दिंदा है। गुरु बख्शिंदा है, गुरु ये नहीं कि बख्शदा नहीं। आ प्रचार किया जाता ना, साई लोग प्रचार करते कि साडे तुसी जिसू मिसू नूं मन्नो, इनू मन्नो, कहते तुसी ईसाई बन जाओ, तुहाडे किन्ने खनी पाप वो खत्म कर देवेगा। तुहानू जो कबरां दे विच उठना पवेगा, लेखा देना पवेगा, वो साडा जिसू जिहड़ा तुहानू तुहाडे पाप माफ कर देवेगा। ते गुरु जिन्हां ने बाणी नहीं पढ़ी, जिन्हां ने गुरु महाराज का इतिहास नहीं पढ़िया, वो सोचते साडे पाप खत्म हो जाणगे। किन्ने के पाप किते एक जन्म दे खत्म कर देवेगा ना वो। पर गुरु महाराज जी कहंदे तू खिन खिन भुल्लणहार है, खिन खिन दे विच पाप करदा है, पर जे तू गुरु की शरण विच आके इत्थे मत्था टेक देवे ना, गुरु का सुभाव है कि एक कौडे वर्गे पापियां नूं भी तार दिंदा, जन्मां जन्मांतरां दे पाप खत्म कर दिंदा साडा गुरु। कलगीधर पातशाह जी ने तां नैतनामिਆਂ विच वचन कीते कि जिहड़े सिख दे संघ विचों एक वारी अमृत रंग गया, ਉਹਦੇ ਕੋਲੋਂ गलतियां हो जाण, पर ਉਹਨੂੰ मैं सिख जान के कि मेरा ये सिख है 10,000 वार मनुखा जन्म देवांगा, कदे टेढ़ी जून विच नहीं पैण देवांगा। एडा बख्शिंद है कोई गुरु? असीं भटक गए एवें ही माया दे लालच विच, सुख लैण दे लालच विच कि उन्होंने साडे रोग दूर कर देने जी, साडे बच्चे पढ़ा देने आ। ते बच्चे की हुण गुरु गोबिंद सिंह जी महाराज ने नहीं पढ़ाने सी अपने, लालच तो उन्होंने भी दिते गए। बाबा जोरावर सिंह, बाबा फतेह सिंह जी वड्डी उम्र नहीं जिउणा चाहुंदे सी कि बच्चे उन्होंने अपने नहीं पढ़ाने सी। भाई तारू सिंह जी का अज जन्मदिन है, भाई तारू सिंह ने सिक्खी दी वास्ते खोपरी लवा लई कि भाई तारू सिंह ने विआह नहीं करवाउणा सी। फिर उन्हें
ਆਪਣੇ ਉਹਨੇ ਬੱਚੇ ਨਹੀਂ ਪੜਾਉਣੇ ਸੀ। ਅੱਜ ਕਹਿੰਦੇ ਜੀ ਅਸੀਂ ਆਪਣੇ ਬੱਚੇ ਪੜਾਉਣੇ ਤਾਂ ਸਿੱਖੀ। ਸਿੱਖੀ ਵਾਲਿਆਂ ਨੇ ਕਹਿੰਦੇ ਸਾਡਾ ਕੁਝ ਸਵਾਰਿਆ ਹੀ ਨਹੀਂ। ਸਿੱਖ ਤਾਂ ਗੁਰੂ ਕੋਲੋਂ ਕਦੇ ਮੰਗਦਾ ਹੀ ਨਹੀਂ। ਸਿੱਖ ਤਾਂ ਹਮੇਸ਼ਾ ਗੁਰੂ ਕੋਲੋਂ ਨਾਮ ਦੀ ਦਾਤ ਹੀ ਮੰਗਦਾ ਤੇ ਗੁਰੂ ਦਾ ਭਾਣਾ ਮੰਨਦਾ ਕਿ ਮਹਾਰਾਜ ਭਾਵੇਂ ਦੁੱਖ ਦੇ, ਭਾਵੇਂ ਸੁੱਖ ਦੇ, ਭਾਵੇਂ ਗਰੀਬੀ ਦੇ, ਭਾਵੇਂ ਅਮੀਰੀ ਦੇ, ਮੈਂ ਤੇਰੇ ਭਾਣੇ ਵਿੱਚ ਰਹਿਣਾ, ਵੀ ਤੇਰੇ ਭਾਣੇ ਵਿੱਚ ਰਾਜੀ ਰਹਿਣਾ ਮੈਂ। ਤੇ ਮਹਾਰਾਜ ਜੀ ਵੀ ਕਹਿੰਦੇ, ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਮੈਂ ਉਹ ਧੰਨ ਧੰਨ ਸੋ ਗੁਰ ਸਿੱਖ ਹੈ, ਵੀ ਉਹ ਗੁਰਸਿੱਖ ਧੰਨ ਧੰਨ ਤਿਸ ਗੁਰਸਿੱਖ ਕੋ ਸਦਾ ਨਮਸਕਾਰੀ, ਜੋ ਗੁਰਸਿੱਖ ਗੁਰ ਕੇ ਭਾਣੇ ਵਿੱਚ ਚੱਲਿਆ। ਮਹਾਰਾਜ ਕਹਿੰਦੇ ਮੈਂ ਉਸ ਗੁਰ ਨੂੰ, ਗੁਰੂ ਕੇ ਸਿੱਖ ਨੂੰ ਹਮੇਸ਼ਾ ਨਮਸਕਾਰ ਕਰਦਾ ਜਿਹੜਾ ਗੁਰੂ ਦੇ ਭਾਣੇ ਵਿੱਚ ਰਹਿੰਦਾ। ਭਾਵੇਂ ਦੁੱਖ ਆਵੇ, ਭਾਵੇਂ ਸੁੱਖ ਆਵੇ, ਭਾਵੇਂ ਅਮੀਰੀ ਆਵੇ, ਭਾਵੇਂ ਗਰੀਬੀ ਆਵੇ। ਭਾਈ ਮੰਝ ਨੂੰ ਫਿਰ ਕੀ ਕਵਾਂਗੇ ਆਪਾਂ? ਭਾਈ ਮੰਝ ਉਹਦੇ ਘਰ ਵਿੱਚ ਤਾਂ ਕਿੰਨੀ ਗਰੀਬੀ ਆ ਗਈ। ਪਿੰਡ ਦਾ ਚੌਧਰੀ ਸੀ, ਉਹ ਚੌਧਰੀ ਪਦ ਵੀ ਚਲਾ ਗਿਆ। ਉਹਦੀ ਲੜਕੀ ਸੀ, ਉਹ ਗਿਰਵੀ ਰੱਖ ਦਿੱਤੀ, ਪਤਨੀ ਗਿਰਵੀ ਰੱਖ ਦਿੱਤੀ, ਜ਼ਮੀਨ ਜਾਇਦਾਦ ਵਿਕ ਗਈ, ਦਿਹਾੜੀਆਂ ਕਰਨ ਲੱਗ ਪਿਆ। ਤੇ ਜਦੋਂ ਮਹਾਰਾਜ ਦੇ ਦਰ ਤੇ ਆ ਗਿਆ ਨਾ, ਤੇ ਮਹਾਰਾਜ ਜੀ ਨੇ ਉਹਨੂੰ ਪੁੱਛਿਆ ਨਹੀਂ, ਸਿਰਫ ਸੇਵਾ ਕਰਨ ਲੱਗ ਪਿਆ। ਤੇ ਜਦੋਂ ਸੇਵਾ ਕਰਦਿਆਂ ਨੂੰ ਕਾਫੀ ਸਮਾਂ ਹੋ ਗਿਆ, ਇੱਕ ਦਿਨ ਮਹਾਰਾਜ ਉਹਨੂੰ ਸੱਦ ਕੇ ਕਹਿੰਦੇ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਪੁਰਖਾ ਮੈਂ ਸੁਣਿਆ ਤੇਰਾ ਸਭ ਕੁਝ ਹੀ ਖਤਮ ਹੋ ਗਿਆ, ਘਰ ਘਾੜ ਤੇਰਾ ਉਜੜ ਗਿਆ, ਚੌਧਰੀ ਪੁਣਾ ਚਲਾ ਗਿਆ, ਪਿੰਡ ਦਾ ਤੂੰ ਚੌਧਰੀ ਸੀ, ਲੋਕ ਤੇਰੇ ਨਮਸਕਾਰਾਂ ਕਰਦੇ ਸੀ, ਤੇਰੇ ਘਰ ਦੇ ਵਿੱਚ ਪੀਰ ਦੀ ਜਗ੍ਹਾ ਬਣੀ ਹੋਈ ਸੀ, ਤੂੰ ਰੋਡ ਪਕਾਉਂਦਾ ਸੀ, ਹੱਜ ਤੇ ਜਾਂਦਾ ਸੀ, ਲੈ ਕੇ ਜਾਂਦਾ ਸੀ ਨਗਾਏ ਦੇ ਤੂੰ ਹਰ ਸਾਲ, ਲੋਕ ਤੇਰੇ ਨਾਲ ਕਿੰਨੇ ਤੁਰਦੇ ਸੀ, ਪਰ ਅੱਜ ਤੇਰੇ ਨਾਲ ਕੋਈ ਤੁਰਨ ਨੂੰ ਤਿਆਰ ਨਹੀਂ, ਤੇਰੇ ਤੇ ਪੀਰ ਕਰੋਪੀ ਹੋਇਆ। ਮਾਰੇ ਕਹਿੰਦੇ ਉਹਨੂੰ ਪਰਖਣ ਵਾਸਤੇ ਵੀ ਤੇਰੀਆਂ ਮੱਝਾਂ ਮਰ ਗਈਆਂ, ਜ਼ਮੀਨ ਜਾਇਦਾਦ ਚਲੀ ਗਈ। ਜਿਵੇਂ ਅੱਜ ਕਹਿ ਦਈਏ ਨਾ ਕਿਸੇ ਨੂੰ ਵੀ ਭਾਈ ਪੀਰ ਦੀ ਪੂਜਾ ਨਹੀਂ ਕਰਨੀ, ਮਹਾਰਾਜ ਕਹਿੰਦੇ ਆ ਬਾਣੀ ਵਿੱਚ ਬਚਨ ਆਉਂਦਾ, ਹਰ ਬਿਨ ਹੋਰ ਨਾ ਪੂਜੋ, ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਹੀ। ਗੁਰੂ ਕਾ ਸਿੱਖ ਕਦੇ ਵੀ ਮੜੀਆਂ ਮਸਾਣਾਂ ਦੀ ਪੂਜਾ ਨਾ ਕਰੇ, ਕਬਰਾਂ ਦੀ ਪੂਜਾ ਨਾ ਕਰੇ ਕਦੇ ਵੀ। ਪਰ ਅਸੀਂ ਤੁਰੇ ਜਾਂਦੇ ਆ ਉੱਥੇ, ਕਬਰਾਂ ਦੀ ਪੂਜਾ ਕਰਨ ਵਾਸਤੇ ਤੁਰੇ ਜਾਂਦੇ, ਪੀਰਾਂ ਨੂੰ ਮੰਨਣ ਵਾਸਤੇ ਅਸੀਂ ਤੁਰੇ ਜਾਂਦੇ। ਤੇ ਜੇ ਕਿਸੇ ਨੂੰ ਕਹੀਏ ਵੀ ਭਾਈ ਛੱਡ ਦਿਓ, ਕਹਿੰਦੇ ਜੀ ਨਹੀਂ, ਸਾਡਾ ਨੁਕਸਾਨ ਕਰ ਦੇਵੇਗਾ, ਉਹ ਸਾਡਾ ਨੁਕਸਾਨ ਕਰ ਦੇਵੇਗਾ, ਸਾਡੇ ਤੇ ਕਰੋਪ ਹੋ ਜਾਵੇਗਾ। ਉਦੋਂ ਭਾਈ ਮੰਝ ਜੀ ਨੂੰ ਵੀ ਕਿਹਾ ਲੋਕਾਂ ਨੇ, ਤੇਰੇ ਤੇ ਕਰੋਪੀ ਹੋ ਜਾਵੇਗੀ। ਕਰੋਪੀ ਹੋਈ ਵੀ ਉਹ ਤੇ, ਪਰ ਮਹਾਰਾਜ ਜੀ ਨੇ ਪਰਖ ਵੀ ਲੈਣੀ ਸੀ ਨਾ। ਪਰ ਮਹਾਰਾਜ ਉਹਨੂੰ ਕਹਿੰਦੇ ਆ ਕਿ ਪੁਰਖਾ ਦੇਖ ਤੇਰੇ ਤੇ ਕਿੰਨੀ ਗਰੀਬੀ ਆ ਗਈ, ਜਾ ਜਾ ਕੇ ਪੀਰ ਨੂੰ ਮਨਾ ਲਾ, ਤੈਨੂੰ ਕੀ ਮਿਲਿਆ ਸਿੱਖੀ ਦੇ ਵਿੱਚੋਂ ਇਸ ਰਾਹ ਤੇ ਚੱਲ ਕੇ। ਤੇ ਭਾਈ ਮੰਝ ਅੱਗੋਂ ਹੱਥ ਜੋੜ ਕੇ ਪਤਾ ਕੀ ਕਹਿੰਦਾ, ਸੱਚੇ ਪਾਤਸ਼ਾਹ ਜੀ ਜਿੰਨੀ ਉਮਰ ਮੈਂ ਪਿੱਛੇ ਕੱਢ ਲਈ ਨਾ ਪੀਰ ਦੀ ਪੂਜਾ ਕਰਦਿਆਂ, ਉਹ ਤਾਂ ਅੰਨੇ ਖੂਹ 'ਚ ਟੱਕਰਾਂ ਮਾਰਨ ਵਾਲੀ ਗੱਲ ਸੀ, ਮੈਨੂੰ ਉੱਥੋਂ ਮਿਲਿਆ ਕੀ? ਕਹਿੰਦਾ ਕੁਛ ਨਹੀਂ ਮਿਲਿਆ, ਪਰ ਜਿਹੜਾ ਤੁਹਾਡੇ ਦਰ ਤੇ ਆ ਕੇ ਆਨੰਦ ਮਾਣਿਆ ਨਾ, ਅਸਲ 'ਚ ਜ਼ਿੰਦਗੀ ਤਾਂ ਇਹੀ ਹੈ। ਕਹਿੰਦਾ ਮੈਂ ਨਹੀਂ ਤੁਹਾਡਾ ਦਰ ਛੱਡ ਕੇ ਜਾਵਾਂਗਾ। ਤੇ ਉਸੇ ਹੀ ਭਾਈ ਮੰਝ ਨੂੰ ਮਹਾਰਾਜ ਨੇ ਆਪਣੇ ਗੱਲ ਨਾਲ ਲਾ ਕੇ ਕਿਹਾ ਸੀ, ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ, ਜਗ ਲੰਘਨ ਹਾਰਾ। ਦੇਖੋ ਆਪਣੀ ਘਰ ਵਾਲੀ ਵੀ ਗਿਰਵੀ ਰੱਖੀ, ਬੇਟੀ ਵੀ ਗਿਰਵੀ ਰੱਖੀ, ਕਾਦੇ ਵਾਸਤੇ? ਸਿੱਖੀ ਲੈਣ ਵਾਸਤੇ। ਤੇ ਜੇ ਪੈਸਾ ਹੀ ਕਮਾਉਣਾ ਹੁੰਦਾ ਤੇ ਪੀਰ ਦੀ ਜਗ੍ਹਾ ਤੇ ਵੀ ਉਹ ਕਿੰਨਾ ਕਮਾਈ ਜਾਂਦਾ ਸੀ, ਚੌਧਰੀ ਬਣਿਆ ਹੋਇਆ ਸੀ ਪਿੰਡ ਦਾ। ਸਿੱਖੀ ਸਿਰਫ ਪੈਸਾ ਕਮਾਉਣ ਵਾਸਤੇ, ਸੁੱਖਾਂ ਵਾਸਤੇ ਨਹੀਂ ਹੈਗੀ। ਸੁੱਖ ਤਾਂ ਉਦੋਂ ਮਹਾਰਾਜ ਨੇ ਆਪੇ ਹੀ ਦੇਣੇ ਸ਼ੁਰੂ ਕਰ ਦੇਣੇ ਜਦੋਂ ਗੁਰੂ ਦੇ ਉੱਤੇ ਸਾਡੀ ਸ਼ਰਧਾ ਬਣ ਗਈ, ਸਾਡਾ ਵਿਸ਼ਵਾਸ ਬਣ ਗਿਆ, ਸਾਡੀ ਭਾਵਨਾ ਬਣ ਗਈ ਗੁਰੂ ਦੇ ਉੱਤੇ। ਗੁਰੂ ਦੇ ਨਾਲ ਅੰਦਰੋਂ ਅਸੀਂ ਜੁੜ ਗਏ ਨਾ, ਪ੍ਰੇਮ ਵਸ ਹੋ ਕੇ ਗੁਰੂ ਨਾਲ ਜੁੜ ਗਏ, ਤੇ ਸਾਨੂੰ ਗਰੀਬੀ ਦਾ ਪਤਾ ਹੀ ਨਹੀਂ ਲੱਗਣਾ ਵੀ ਸਾਡੇ ਤੇ ਗਰੀਬੀ ਹੈਗੀ ਵੀ ਹੈ। ਮਹਾਰਾਜ ਜੀ ਨੇ ਆਪ ਹੀ ਸਾਡੀ ਬਾਹ ਫੜੀ ਜਾਣੀ, ਹਰ ਕਾਰਜ ਦੇ ਵਿੱਚ ਫੜਦਾ ਮਹਾਰਾਜ ਬਾਹ, ਪਰ ਹੋਵੇ ਭਾਵਨਾ, ਹੋਵੇ ਸ਼ਰਧਾ ਗੁਰੂ ਦੇ ਉੱਤੇ। ਦਾਸ ਆਪਣੇ ਨਾਲ ਬੀਤੀ ਹੋਈ ਘਟਨਾ ਸੁਣਾਉਂਦਾ, ਕਿਸੇ ਦੀ ਨਹੀਂ। ਹੋ ਸਕਦਾ ਵੀ ਆਪਾਂ ਕਹੀਏ ਵੀ ਗਿਆਨੀ ਜੀ ਐਵੇਂ ਸਾਨੂੰ ਸੁਣਾ ਕੇ ਚਲੇ ਜਾਂਦੇ, ਗੁਰੂ ਨੂੰ ਹਾਜ਼ਰ ਨਾਜ਼ਰ ਮੰਨੀਏ ਵੀ ਗੁਰੂ ਸਾਡੇ ਨਾਲ ਹੈ। ਕਦੇ ਵੀ ਦੇਖਿਓ ਮਨ ਵਿੱਚ ਭਾਵਨਾ ਹੁੰਦੀ ਨਾ, ਕਿਸੇ ਤੀਰਥ ਤੇ ਅਸੀਂ ਦਰਸ਼ਨ ਕਰਨ ਜਾਣੇ, ਹਜੂਰ ਸਾਹਿਬ ਜਾਣਾ, ਜਾਂ ਇੱਕ ਸਾਲ ਅਸੀਂ ਨਾ ਮਹਾਰਾਜ ਨੇ ਕਿਰਪਾ ਕੀਤੀ, ਸੰਗਤ ਦੇ ਸਹਿਯੋਗ ਨਾਲ ਗੱਡੀ ਸਾਨੂੰ ਨਵੀਂ ਮਿਲੀ। ਤੇ ਸਿੰਘ ਮੈਨੂੰ ਸਾਰੇ ਕਹਿੰਦੇ ਭਾਈ ਸਾਹਿਬ ਜੀ ਐਤਕੀ ਨਾ ਹੇਮਕੁੰਟ ਸਾਹਿਬ ਜਾਣਾ, ਪਰ ਜਾਣਾ ਤੁਹਾਡੇ ਵਾਲੀ ਗੱਡੀ ਤੇ ਆ। ਤੇ ਮੈਂ ਕਿਹਾ ਠੀਕ ਆ, ਆਪਾਂ ਚੱਲ ਵੜਾਂਗੇ। ਤੇ ਪ੍ਰੋਗਰਾਮ ਬਣਾ ਲਿਆ ਸੀ ਵੀ ਹੇਮਕੁੰਟ ਸਾਹਿਬ ਜਦੋਂ ਖੁੱਲ ਜਾਂਦਾ ਨਾ, ਤੇ ਉਦੋਂ 10 ਕੁ ਦਿਨ ਬਾਅਦ 9 ਜੂਨ ਦਾ ਪ੍ਰੋਗਰਾਮ ਬਣਾਇਆ, 2016 ਦੀ ਗੱਲ ਹੈ। ਤੇ ਉਧਰੋਂ ਸਾਡਾ ਛੁੱਟੀਆਂ ਦੇ ਵਿੱਚ ਅਸੀਂ ਗੁਰਮਤਿ ਦੇ ਕੈਂਪ ਲਾਉਂਦੇ ਹੁੰਦੇ ਸੀ ਪਹਿਲਾਂ, ਵੀ 10-10 ਦਿਨ ਦੇ ਪਿੰਡਾਂ ਵਿੱਚ ਕੈਂਪ ਲਾਉਣੇ।
ਕਿਤੇ 15 ਦਿਨ ਦੇ ਉਹਦੇ 'ਚ ਸਵੇਰੇ ਸ਼ਾਮ ਕਥਾ ਕਰਨੀ, ਬੱਚਿਆਂ ਨੂੰ ਸੰਥਿਆ ਕਰਵਾਉਣੀ। ਤੇ ਕੈਂਪ ਸੀ ਸਾਡਾ ਲੁਧਿਆਣੇ ਜ਼ਿਲ੍ਹੇ ਵਿੱਚ ਪਿੰਡ ਪੈਂਦਾ ਇਆਲੀ ਕਲਾਂ, ਉਸ ਪਿੰਡ 'ਚ ਕੈਂਪ ਸੀ 1 ਜੂਨ ਤੋਂ ਲੈ ਕੇ 9 ਜੂਨ ਤੱਕ। ਤੇ ਇਹ ਸਿੰਘ ਮੇਰੇ ਨਾਲ, ਤੇ ਅਸੀਂ ਕੈਂਪ 3 ਸਿੰਘ ਅਸੀਂ ਕੈਂਪ ਲਾਉਣ ਵਾਸਤੇ ਜਾ ਰਹੇ। ਮੇਰੀ ਜੇਬ 'ਚ ਸਿਰਫ 500 ਰੁਪਈਆ। ਤੇ ਮੈਨੂੰ ਇਹ ਸਿੰਘ ਕਹਿੰਦਾ ਭਾਈ ਸਾਹਿਬ ਜੀ, ਤੁਸੀਂ ਹੇਮਕੁੰਟ ਸਾਹਿਬ ਦਾ ਪ੍ਰੋਗਰਾਮ ਬਣਾਇਆ ਹੋਇਆ, ਜੇਬ 'ਚ ਤੁਹਾਡੇ ਪੈਸਾ ਨਹੀਂ, 500 ਰੁਪਈਆ ਉਹਦਾ ਵੀ ਮੈਂ ਤੇਲ ਪਵਾ ਲਿਆ ਗੱਡੀ ਦੇ ਵਿੱਚ, ਤੇ ਹੇਮਕੁੰਟ ਸਾਹਿਬ ਕਾਹਦੇ ਨਾਲ ਜਾਓਗੇ? ਮੈਂ ਇਹਨੂੰ ਕਿਹਾ, ਮੈਂ ਕਿਹਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਗੁਰੂ ਨੇ, ਉਹੀ ਸਾਡੇ ਪਿਤਾ ਨੇ, ਉਹੀ ਸਾਡੇ ਮਾਤਾ ਨੇ, ਤੇ ਜੇ ਉਹਨਾਂ ਨੇ ਲੈ ਕੇ ਜਾਣਾ ਹੋਇਆ ਸਾਨੂੰ ਤੇ ਆਪੇ ਉਹ ਢੋ ਮੇਲਾ ਬਣਾਉਣਗੇ, ਉਹਨਾਂ ਨੇ ਲੈ ਕੇ ਜਾਣਾ, ਆਪਾਂ ਥੋੜਾ ਜਾਣਾ। ਤੇ ਦੇਖਿਓ ਅਸੀਂ ਉਸ ਨਗਰ ਦੇ ਵਿੱਚ 9 ਦਿਨ ਕੈਂਪ ਲਾਇਆ। ਇੱਕ ਗੁਰਮੁਖ ਪਰਿਵਾਰ ਉਹ ਸਾਨੂੰ ਪ੍ਰਸ਼ਾਦਾ ਛਕਾਉਂਦਾ ਰਿਹਾ, ਉਹਨਾਂ ਕੋਲੇ ਅਸੀਂ ਕੋਈ ਗੱਲ ਨਹੀਂ ਕੀਤੀ ਹੇਮਕੁੰਟ ਸਾਹਿਬ ਜਾਣ ਦੀ। ਤੇ ਜਦੋਂ ਕੈਂਪ ਦੀ ਸਮਾਪਤੀ ਹੋਈ, ਉਹਨਾਂ ਨੇ ਸਾਨੂੰ 15,000 ਰੁਪਇਆ ਕੈਂਪ ਦੀ ਸਮਾਪਤੀ ਦਾ ਦਿੱਤਾ ਸੇਵਾ ਦੇ ਵਿੱਚ, ਤੇ 15,000 ਰੁਪਇਆ ਉਹਨਾਂ ਨੇ ਮੈਨੂੰ ਦਿੱਤਾ। ਕਹਿੰਦਾ ਬਾਬਾ ਜੀ ਤੁਸੀਂ ਹੇਮਕੁੰਟ ਸਾਹਿਬ ਜਾਣਾ, ਇਹ ਸਾਡੇ ਵੱਲੋਂ ਸੇਵਾ। 30,000 ਰੁਪਇਆ ਲੈ ਕੇ ਮੈਂ ਸਿੰਘਾਂ ਨੂੰ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਵਾ ਕੇ ਲਿਆਇਆ। ਤੇਲ ਖਰਚਾ, ਕੱਪੜੇ ਲੀੜੇ ਦਾ ਖਰਚਾ, ਬੂਟ ਜਰਾਬਾਂ ਜੋ ਚਾਹੀਦਾ ਸੀ, ਬਰਸਾਤੀਆਂ, ਸੋਟੀਆਂ, ਸਭ ਕੁਝ ਸਿੰਘਾਂ ਨੂੰ ਲੈ ਕੇ ਦਿੱਤੀਆਂ। ਵੀ ਗੁਰੂ ਨੇ ਮਾਇਆ ਦਿੱਤੀ ਹੈ, ਗੁਰੂ ਬਾਂਹ ਫੜਦਾ। ਭਰੋਸਾ ਹੋਵੇ ਸਹੀ ਗੁਰੂ ਦੇ ਉੱਤੇ, ਵਿਸ਼ਵਾਸ ਹੋਵੇ ਸਹੀ ਗੁਰੂ ਦੇ ਉੱਤੇ, ਗੁਰੂ ਬਾਂਹ ਫੜਦੇ ਨੇ। ਪਰ ਸਾਡਾ ਅਸੀਂ ਡੋਲ ਜਾਂਦੇ, ਕਿਉਂਕਿ ਨਿੱਕੇ ਨਿੱਕੀਆਂ ਚੀਜ਼ਾਂ ਦੇ ਉੱਤੇ ਅਸੀਂ ਚਿੰਤਾਵਾਨ ਹੋ ਜਾਂਦੇ, ਕਿਉਂਕਿ ਅਸੀਂ ਗੁਰਬਾਣੀ ਨਾਲ ਨਹੀਂ ਜੁੜੇ। ਪਰ ਮਹਾਰਾਜ ਜੀ ਸਾਨੂੰ ਜੋੜਦੇ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਉੱਤੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੈੱਡ ਗ੍ਰੰਥੀ ਲਾਇਆ ਸਰੂਪ। ਸਾਰੀ ਰਾਤ ਸੋਚਦੇ ਰਹੇ ਤੇ ਸੋਚਿਆ ਕਿ 4 ਸਤਿਗੁਰਾਂ ਦੀ ਸੇਵਾ ਕੀਤੀ ਹੈ, 4 ਸਤਿਗੁਰਾਂ ਦੇ ਦਰਸ਼ਨ ਕੀਤੇ ਆ। ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ ਬੜੀ ਨਿਮਰਤਾ ਹੈ, ਇਸ ਗ੍ਰੰਥ ਦੀ ਸੇਵਾ ਕਰ ਸਕਦੇ ਆ। ਅੰਮ੍ਰਿਤ ਵੇਲੇ ਸੁਨੇਹਾ ਭੇਜ ਕੇ, ਇਸ਼ਨਾਨ ਕਰਵਾ ਕੇ ਉਹਨਾਂ ਨੂੰ ਸੱਦਿਆ। ਉੱਥੇ ਉਹਨਾਂ ਦੇ ਸੀਸ ਦੇ ਉੱਤੇ ਮਹਾਰਾਜ ਦਾ ਸਰੂਪ ਟਿਕਾ ਕੇ ਆਪ ਮਹਾਰਾਜ ਚੌਰ ਸਾਹਿਬ ਕਰਦੇ, ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਸਰੂਪ ਪ੍ਰਕਾਸ਼ ਕਰਵਾਇਆ। ਬਾਬਾ ਜੀ ਨੂੰ ਤਾਬਿਆ ਬਿਠਾ ਕੇ ਜੋ ਇਤਿਹਾਸ ਵਿੱਚ ਬਚਨ ਲਿਖੇ, ਮਹਾਰਾਜ ਨੇ ਕਿਹਾ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਬਹ ਸੁਣੈ ਸਭ ਪੰਥ। ਕਿ ਬਾਬਾ ਜੀ ਗ੍ਰੰਥ ਖੋਲੋ, ਪ੍ਰਕਾਸ਼ ਕਰੋ ਇਹਨੂੰ, ਤੇ ਹੁਕਮਨਾਮਾ ਲਓ, ਸਾਰਾ ਪੰਥ ਸੁਣੇ। ਕਹਿੰਦੇ ਅਦਬ ਦੇ ਨਾਲ, ਸਤਿਕਾਰ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਜੋ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਤੇ ਹੁਕਮਨਾਮਾ ਲਿਆ ਸੀ। ਤੇ ਹੁਕਮਨਾਮਾ ਲੈਣ ਤੋਂ ਬਾਅਦ ਜਪਜੀ ਸਾਹਿਬ ਦਾ ਸੰਪੂਰਨ ਪਾਠ ਕਰਕੇ ਅਰਦਾਸ ਬੇਨਤੀ ਕੀਤੀ ਗਈ। ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿ ਮਹਾਰਾਜ ਇਹ ਗ੍ਰੰਥ ਦਾ ਬਣਵਾ ਲਿਆ ਤੁਸੀਂ, ਇਹਦਾ ਪ੍ਰਕਾਸ਼ ਕਿੱਥੇ ਕਰਨਾ? ਤਾਂ ਉਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਜੀ ਪੁੱਛਦੇ ਨੇ ਕਿ ਬਾਬਾ ਜੀ ਤੁਸੀਂ ਦੱਸੋ ਕਿਹੜੀ ਥਾਂ ਵਧੀਆ ਪ੍ਰਕਾਸ਼ ਕਰਨ ਵਾਸਤੇ? ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਕੇ ਕਹੇ ਸੀ ਮਹਾਰਾਜ ਤੁਸੀਂ ਜਾਣੀ ਜਾਣੋ, ਪਰ ਜੇ ਦਾਸ ਕੋਲੋਂ ਹੀ ਸੁਣਨਾ ਚਾਹੁੰਦੇ ਹੋ ਨਾ, ਜਿਹੜਾ ਆਪ ਜੀ ਨੇ ਹਰਮੰਦਰ ਬਣਾਇਆ ਨਾ ਸਰੋਵਰ ਦੇ ਵਿੱਚ, ਜਿਹਨੂੰ ਆਪਾਂ ਦਰਬਾਰ ਸਾਹਿਬ ਕਹਿੰਦੇ ਆ, ਵੀ ਉਹ ਬਾਣੀ ਵਿੱਚ ਵੀ ਵਾਹਿਗੁਰੂ ਦੀ ਸਿਫਤ ਹੈ ਤੇ ਉਹ ਵੀ ਪ੍ਰਮਾਤਮਾ ਦਾ ਮੰਦਰ ਹੈ, ਉੱਥੇ ਦਾ ਪ੍ਰਕਾਸ਼ ਹੋਣਾ ਚਾਹੀਦਾ। ਤੇ ਫਿਰ ਹੱਥ ਜੋੜ ਕੇ ਬਾਬਾ ਜੀ ਬੇਨਤੀ ਕਰਦੇ ਮਹਾਰਾਜ ਜੀ ਇਹਦਾ ਸੁੱਖ ਆਸਣ। ਤਾਂ ਮਹਾਰਾਜ ਜੀ ਕਹਿਣ ਲੱਗੇ ਇਹਦਾ ਸੁੱਖ ਆਸਣ ਕੋਠਾ ਸਾਹਿਬ ਦੇ ਵਿੱਚ ਕਰਿਆ ਕਰਾਂਗੇ, ਵੀ ਜਿੱਥੇ ਅਸੀਂ ਆਰਾਮ ਕਰਿਆ ਕਰਦੇ ਸੀ। ਤੇ ਬਾਬਾ ਜੀ ਪੁੱਛਦੇ ਮਹਾਰਾਜ ਤੁਸੀਂ ਆਰਾਮ ਕਿੱਥੇ ਕਰੋਗੇ? ਕਹਿਣ ਲੱਗੇ ਅਸੀਂ ਭੁੰਜੇ ਸੋਇਆ ਕਰਾਂਗੇ, ਇਹ ਪਲੰਘ ਦੇ ਉੱਤੇ ਬਿਰਾਜਮਾਨ ਹੋਣਗੇ, ਅਸੀਂ ਭੁੰਜੇ ਸੋਇਆ ਕਰਾਂਗੇ। ਦਾਸ ਨੇ ਸ਼ਾਇਦ ਅੱਗੇ ਵੀ ਆਪ ਜੀ ਨੂੰ ਬੇਨਤੀ ਕੀਤੀ ਹੋਵੇ, ਜਦੋਂ ਪਹਿਲਾ ਪ੍ਰਕਾਸ਼ ਦਿਹਾੜਾ ਸੀ ਨਾ, 1 ਸਾਲ ਅਸੀਂ ਮਨਾਇਆ ਸੀ ਕੋਹਾਲੇ ਪਿੰਡ, ਉੱਥੇ 15 ਦਿਨ ਕਥਾ ਕੀਤੀ ਸੀ ਕੋਹਾਲੇ ਪਿੰਡ। ਇਤਿਹਾਸ ਦਾ ਪ੍ਰਸੰਗ ਉੱਥੇ ਸੁਣਾਇਆ ਸੀ, ਜਿਵੇਂ ਮਹਾਰਾਜ ਜੀ ਨੇ ਬਾਣੀ ਇਕੱਤਰ ਕੀਤੀ, ਪੋਥੀਆਂ ਤੋਂ ਸਰੂਪ ਤਿਆਰ ਕੀਤਾ, ਫਿਰ ਉਹਦੀ ਮਰਿਆਦਾ ਦੱਸੀ, ਕਿਵੇਂ ਸਤਿਕਾਰ ਕਰਨਾ। 15 ਦਿਨ ਉੱਥੇ ਕਥਾ ਕੀਤੀ। ਰਾਤ ਨੂੰ ਬੀਬੀਆਂ, ਮਾਈ, ਭਾਈ ਸਾਰੇ ਕਥਾ ਸੁਣਨ ਆਉਂਦੇ ਰਹੇ। ਜਿੱਦਣ ਸਮਾਪਤੀ ਕੀਤੀ ਉਦੋਂ ਮਾਤਾਵਾਂ ਭੈਣਾਂ ਰੋਂਦੀਆਂ ਸੀ, ਕਹਿਣ ਲੱਗੇ ਬਾਬਾ ਜੀ ਅਸੀਂ ਤੁਹਾਡੇ ਸਦਕਾ ਬੜੀ ਛੇਤੀ ਦੇ ਨਾਲ ਆਪਣੇ ਘਰ ਦੇ ਕੰਮ ਸਾਰੇ ਨਿਬੇੜ ਕੇ ਆਉਂਦੀਆਂ, ਦਾਲ ਸਬਜ਼ੀ ਬਣਾ ਕੇ ਆਉਂਦੀਆਂ, ਸਾਰੇ ਕੰਮ ਨਿਬੇੜ ਕੇ ਕਿ ਕਥਾ ਜਾ ਕੇ ਸੁਣਨੀ ਆ। ਸਾਨੂੰ ਤੁਸੀਂ ਲਾਗ ਲਾ ਕੇ ਚੱਲੇ ਕਥਾ ਸੁਣਨ ਦੀ, ਹੁਣ ਤੁਸੀਂ ਚੱਲੇ ਹੋ, ਅਸੀਂ ਕਵੇਂ ਕਥਾ, ਸਾਡਾ ਤਾਂ ਜੀ ਨਹੀਂ ਲੱਗਣਾ ਮਗਰ। ਵੀ ਇੰਨਾ ਪਿਆਰ ਦੇ ਨਾਲ ਵੇਖੋ ਮਹਾਰਾਜ ਜੀ ਨੇ ਸਾਨੂੰ ਮਰਿਆਦਾ, ਕਿਉਂਕਿ ਇਤਿਹਾਸ ਦੀ ਕਥਾ ਹੋਣੀ ਬੜੀ ਜ਼ਰੂਰੀ ਹੈ।
घाटां साडियां ही ने। असीं ग्रंथी सिंह रखदे आ, तनख्वाह घट लवे ते सानू गुरमत की गल सुनावे कोई ना। बस कमेटियां भी यही चाहुंदियां भी सानू कोई गुरमत की गल ना दसे, भी ये ना कहे भी प्रधान भी अमृत वेले उठ के चौर साहब करे जो महाराज का प्रकाश होना आके, ये ना कोई सानू आके दसे। असीं सुनना नहीं ना चाहते। सिक्खी का नुकसान जिहड़ा अज होया ना, असीं कहने जी बड़ा कमेटियां ने नुकसान करता, कई कारसेवल बाबियां नूं कही जांदे उन्होंने सिक्खी का नुकसान करता। सब तो वध नुकसान असीं पिंडां च रहण वाले लोकां ने कीता सिक्खी दा। असीं जाके किसी प्रधान नूं नहीं कहा कि गुरुद्वारे चंगा ग्रंथी रख ला भी जिहड़ा सवेरे सानू गुरबाणी की कथा सुना देवे, शाम नूं इतिहास की कथा सुना देवे। कोई ज्ञानी सिंह रख लो जिहड़ा साडे बच्चों नूं संथ्या करवा देवे। क्या कदे जाके असीं सिक्खी दा नुकसान करन दे विच जे अज सिक्खी दा प्रचार नहीं होया, उहदे विच साडा भी हिस्सा। असीं भी उहदे विच कह लईए गुनाहगार हां, क्योंकि महाराज जी ने सारिਆਂ ਨੂੰ कहा कि जिथे गलत हुंदा उत्थे बोलो तो सही कुछ, पर असीं बोलदे नहीं इन्हां मसलियां ते कदे। असीं कहंदे असीं की लैणा, पिछे हट जाते हैं। पर देखो महाराज जी ने ग्रंथी सिंह रखण वास्ते बाबा बुढ़ा साहब जी नूं चुनिया, जिन्हां दा उच्चा सुच्चा जीवन है कि प्रचार करनगे सिक्खी दा। इन्हां तो सिक्खी वधेगी। जिहड़ा हुण मनुख माया दी खातर, हुण जिहड़ा गृहस्थी बंदा है उन्हें माया भी उन्होंने चाहिए है, पर जे उन्होंने आपां तनख्वाह ही थोड़ी देवांगे, उन्हें तो फिर सहज पाठ करके जां चोरियां करके जां रमाले वेच के जां घ्यो वेच के जां गजा करके दुध लिया के वो वेच के प्रशादे सुक्के वेच के गुजारा करना ना, फिर उन्हें अपना तां। पर जे असीं उन्होंने तनख्वाह ही 30-35 हज़ार रुपया देवांगे, क्योंकि हुण देखो जे कोई सरकारी नौकरी करदा उन्होंने 5 हज़ार रुपया तनख्वाह मिलती होवे तो कहंदा नहीं। जे किसी को 30-35 हज़ार सरकारी नौकरी वाले नूं मिलदी है ना, वो कहंदा भी हर साल मेरी तनख्वाह वध जानी चाहिए। मैनूं दास ने अगे भी एक बारी बेनती की सी, आपां अपनी फसल वेचदे हैं जमींदार, ते जे फसल का रेट आपां नूं घट मिलदा ते आपां सरकारां नूं कहंदे नहीं भी साडी फसल का रेट इन्ना होना चाहिए। आ हुण झोने का ही रेट बासमती का रेट घटिया होऊगा ते आपां सोचदे हैं भी घटिया काह तों वधना चाहिए। जे 3000 सी ते 3200 होना चाहिए सी, 2800 ते क्यों आ गया भी घट क्यों गया? घटना नहीं चाहिए सी भी 3000 का भी 3500 मिल जाता सानू, पर जे तो ग्रंथी नूं तनख्वाह देनी पै जे तो कह दिंदे आ कि 2500 वाला ही मिल जे किते। आपां खर्चे तो उहदे भी है ना, जे साडे खर्चे घरां दे ने तां ग्रंथी सिंह दे भी खर्चे ने। चंगा ग्रंथी सिंह रखिए, सिक्खी का प्रचार। दास ने अगे भी एक बार इत्थे बेनती की सी, संत सिंह मस्कीन जी उन्होंने एक किताब लिखी है, वो हर सिख नूं किताब पढ़नी चाहिए। उन्होंने वेखो बहुत भरमण किया, बड़े गुरुद्वारियां च ड्यूटियां कीतियां, जिथे वो सच बोल देंदे सी दूजे दिन ही प्रबंधक कह देंदे सी उन्होंने बाबा जी तुसीं जाओ। जिथे मस्कीन जी कथा करते ना गुरुद्वारा च, उन्होंने मुड़ के किते कथा ड्यूटी नहीं की, किते कथा करते रहे। सारे हिंदुस्तान में भी भरमण किया, बाहरले देशों में भी जाते रहे। वो पहला उन्होंने ड्यूटी की, ड्यूटी करदियां वो कथा करते हुंदे सी। कथा करदियां जो उन्होंने सच बोल देना, असलीयत लोगों के सामने लियाउणी, प्रधानां दी भी मैंबरां दी भी, जो घाटां होणीआं दसणीआं, ते प्रधानां ने दूजे दिन ही कहना बाबा जी जाओ तुसीं। फिर उन्होंने देखो सारी उम्र किते ड्यूटी नहीं की, अपना स्थान बनाया अलवर दे विच, राजस्थान दे विच, ते उत्थे समागम करते रहे। उत्थे उन्होंने विद्यालय चलाया, विद्यार्थी पढ़ाए, कथावाचक बनाए, उन्होंने कीर्तनीय बनाए, अपने तौर पर उन्होंने सेवा की। तो उन्होंने किताब लिखी, जो भरमण करके देखिया उन्होंने गुरुद्वारियां दा ढांचा भी ये बहुत विगड़िया होया। फिर उन्होंने किताब लिखी, देश विदेश दियां गुरुद्वारियां दा प्रबंधकी ढांचा। ਉਹਦੇ ਵਿੱਚ ਉਹਨਾਂ ਨੇ सब कुछ लिखिया कि गुरु घर का प्रधान किहो जिहा होवे, कीर्तनीया किहो जिहा होवे, ग्रंथी किहो जिहा होवे, ज्ञानी किहो जिहा होवे, वो सब कुछ लिखिया होया। गुरु घर का प्रबंध अज जे सिक्खी का निगार है ना, तो ਉਹਦੇ ਵਿੱਚ गुरुद्वारियां का भी बड़ा वड्डा हत्थ है, उत्थों के प्रधानां का, कमेटियां का, ग्रंथियां का, ते संगत का भी। संगत भी ना बोलदी भी, संगत भी जाके कहे भी भाई ये गुरुद्वारे सिक्खी के प्रचार का केंद्र ने, इथों सिक्खी का प्रचार होना चाहिए। थोड़ा भी ग्रंथी सिंह सवेरे अमृत वेले 5 बजे समाप्ति कर दे तो सानू कुछ पता ही ना लगे। भी कथा भी होवे, चल कोई जे नितनेम विच नहीं आ सकता वो कथा विच आ जावे, जे सवेरे नहीं आ सकिया शाम नूं इतिहास की कथा होवे तो शाम नूं कथा विच आ जावे।
ਕਿਸੇ ਨੂੰ ਤਾਂ ਕੁਝ ਪਤਾ ਲੱਗੇਗਾ ਨਾ ਸਿੱਖੀ ਬਾਰੇ, ਕੁਝ ਸਾਨੂੰ ਗਿਆਨ ਹੋਵੇਗਾ। ਸੋ ਇਸ ਕਰਕੇ ਰਾਤ ਵੀ ਦੇਖੋ ਜਦੋਂ ਮਹਾਰਾਜ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਨਾ ਸਮਾਪਤੀ ਦੀ ਆਪਾਂ, ਤੇ ਹੁਕਮਨਾਮਾ ਗੁਰਬਾਣੀ ਵਿੱਚੋਂ ਆਇਆ ਚੱਲਦੇ ਪ੍ਰਵਾਹ ਵਿੱਚ, ਤੇ ਉਹਦੇ ਵਿੱਚ ਵੀ ਮਹਾਰਾਜ ਜੀ ਨੇ ਗਿਆਨੀ ਦੀ ਗੱਲ ਕੀਤੀ ਕਿ ਗੁਰਮੁਖ ਗਿਆਨ ਵਿਵੇਕ ਬੁੱਧ ਹੋਏ। ਵੀ ਗੁਰਮੁਖ ਜਿਹੜਾ ਨਾ ਉਹ ਵਿਵੇਕ ਵਾਲੀ ਬੁੱਧੀ ਨਾਲ ਵਿਚਰਦਾ, ਵਿਵੇਕ ਵਾਲੀ ਬੁੱਧੀ ਨਾਲ ਹਰ ਚੀਜ਼ ਨੂੰ ਬੜੀ ਬਰੀਕੀ ਨਾਲ ਲੈ ਕੇ। ਤੇ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਵੀ ਇਹੋ ਜਿਹਾ। ਗੁਰਮੁਖ ਨੇ ਉਹ ਗੁਰਬਾਣੀ ਦੇ ਵਿੱਚ ਸੰਤ ਸ਼ਬਦ, ਸਾਧ ਸ਼ਬਦ, ਗੁਰਮੁਖ ਸ਼ਬਦ ਆਇਆ। ਜੇ ਸੰਤ ਸ਼ਬਦ ਦੀ ਵਿਆਖਿਆ ਗੁਰਬਾਣੀ ਵਿੱਚ ਵੇਖਣੀ, ਮਾਰੇ ਕਹਿੰਦੇ ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਧੰਨ ਬਾਬਾ ਬੁੱਢਾ ਸਾਹਿਬ ਜੀ ਸੰਤ ਨੇ, ਨਾਮ ਕਦੇ ਉਹਨਾਂ ਨੂੰ ਭੁੱਲਿਆ ਹੀ ਨਹੀਂ, ਕਿਉਂਕਿ ਉਹ ਬਚਨ ਕਿਹਾ ਉਹਨਾਂ ਦੀ ਜ਼ੁਬਾਨ ਤੇ ਸੀ। ਇਹ ਬਚਨ ਕਿਹਾ ਕਰਦੇ ਸੀ, ਕਰੋ ਸਭ ਕਾਰ, ਕਰੋ ਸਭ ਹੀਲਾ, ਕਾਹਦਾ? ਭਜਨ ਬੰਦਗੀ ਅਰਦਾਸ ਦਾ। ਬਾਬਾ ਜੀ ਇਹ ਬਚਨ ਹਮੇਸ਼ਾ ਕਰਿਆ ਕਰਦੇ। ਕੋਈ ਸੰਗਤ ਆਉਂਦੀ ਨਾ, ਸੰਗਤ ਨੂੰ ਇਹ ਕਿਹਾ ਕਰਦੇ ਸੀ, ਕਰੋ ਸਭ ਕਾਰ, ਕਰੋ ਸਭ ਹੀਲਾ। ਵੀ ਹੀਲਾ ਕਰੋ ਕਾਹਦਾ? ਭਜਨ ਬੰਦਗੀ ਅਰਦਾਸ ਦਾ। ਪਰ ਨਾਲ ਹੀ ਇਹ ਕਹਿਣਾ, ਮਿਹਰ ਰੱਖਣੀ ਹੈ ਪ੍ਰਮਾਤਮਾ ਤੇ, ਟੇਕ ਰੱਖਣੀ ਪ੍ਰਮਾਤਮਾ ਦੀ ਮਿਹਰ ਤੇ ਟੇਕ ਰੱਖਣੀ ਹੈ। ਵੀ ਇਹ ਨਹੀਂ ਕਿ ਹੰਕਾਰੀ ਹੋ ਜਾਣਾ ਕਿ ਮੈਂ ਭਜਨ ਬੰਦਗੀ ਕਰਨ ਵਾਲਾ। ਮਿਹਰ ਉਹਦੇ ਤੇ ਟੇਕ, ਆਸਰਾ ਉਹਦੀ ਮਿਹਰ ਤੇ ਹੀ ਰੱਖਣਾ ਕਿ ਮਹਾਰਾਜ ਤੂੰ ਹੀ ਸਾਨੂੰ ਅੱਗੇ ਲਿਜਾਣ ਵਾਲਾ ਬਸ। ਤੇ ਜੇ ਸਾਧ ਦੀ ਗੱਲ ਕਰੀਏ, ਸੁਖਮਨੀ ਸਾਹਿਬ ਦੇ ਅੰਦਰ ਮਹਾਰਾਜ ਜੀ ਨੇ ਸਾਧ ਦੀ ਗੱਲ ਕੀਤੀ ਹੋਈ। ਤੇ ਇੱਕ ਇੱਕ ਬਚਨ ਜਿਹੜਾ ਉਹ ਸਾਧ ਦਾ, ਇੱਕ ਇੱਕ ਬਚਨ ਜਿਹੜਾ ਨਾ ਉਹ ਸਾਧ ਦਾ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਤੇ ਢੁਕਦਾ। ਫਿਰ ਜੇ ਭਾਈ ਗੁਰਦਾਸ ਜੀ ਨੂੰ ਪੁੱਛੀਏ ਵੀ ਸਾਧ ਕਿਹਨੂੰ ਕਹਿੰਦੇ ਆ, ਭਾਈ ਗੁਰਦਾਸ ਜੀ ਕਹਿੰਦੇ 9 ਦੁਆਰੇ ਸਾਧ, ਸਾਧ ਸਦਵਾਇਆ। ਵੀ ਆਪਣੇ ਜਿਹਨੇ 9 ਦੁਆਰੇ ਸਾਧ ਲਏ, ਅੱਖਾਂ ਨੂੰ ਬੁਰਾ ਦੇਖਣ ਤੋਂ ਬਚਾ ਲਿਆ, ਕੰਨਾਂ ਨੂੰ ਨਿੰਦਿਆ ਚੁਗਲੀ ਸੁਣਨ ਤੋਂ ਬਚਾ ਲਿਆ, ਜ਼ਬਾਨ ਨੂੰ ਮਾੜਾ ਬੋਲਣ ਤੋਂ ਬਚਾ ਲਿਆ, ਹੱਥਾਂ ਪੈਰਾਂ ਨੂੰ ਮਾੜੇ ਕਰਮਾਂ ਤੋਂ ਬਚਾ ਲਿਆ, ਉਹ ਸਾਧ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਜ਼ਿੰਦਗੀ ਆਪਣੀ ਸਾਧ ਕੇ ਰੱਖੀ। ਸਾਰੀ ਜ਼ਿੰਦਗੀ ਆਪਣੀ ਅੱਖਾਂ ਨਾਲ ਗੁਰੂ ਹੀ ਦੇਖਦੇ ਰਹੇ, ਗੁਰੂ ਕੀ ਸੰਗਤ ਹੀ ਵੇਖਦੇ ਰਹੇ, ਕੰਨਾਂ ਨਾਲ ਬਾਣੀ ਬਚਨ ਹੀ ਸੁਣਦੇ ਰਹੇ, ਜ਼ੁਬਾਨ ਨਾਲ ਗੁਰੂ ਦਾ ਉਪਦੇਸ਼ ਹੀ ਸੁਣਾਉਂਦੇ ਰਹੇ ਸਾਰੀ ਉਮਰ। 9 ਦੁਆਰੇ ਸਾਧ ਕੇ ਰੱਖੇ। ਫਿਰ ਗੁਰਮੁਖ, ਬਾਣੀ ਵਿੱਚ ਬਚਨ ਆਇਆ ਗੁਰਮੁਖ, ਗੁਰਮੁਖ ਵਰਤਿਆ ਮਹਾਰਾਜ ਜੀ ਨੇ ਬਚਨ। ਤੇ ਗੁਰਮੁਖ ਕਿਹਨੂੰ ਕਹਿੰਦੇ? ਗੁਰਮੁਖ ਰੋਮ ਰੋਮ ਹਰਿ ਧਿਆਵੈ। ਗੁਰਮੁਖ ਦੇ ਰੋਮ ਰੋਮ ਵਿੱਚੋਂ ਆਵਾਜ਼ ਆਉਣ ਲੱਗ ਪੈਂਦੀ ਹੈ, ਰੋਮ ਰੋਮ ਉਹਦਾ ਵਾਹਿਗੁਰੂ ਵਾਹਿਗੁਰੂ ਕਰਦਾ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਦੇਖੋ 125 ਸਾਲ ਦੀ ਉਮਰ ਭੋਗੀ ਤੇ ਉਹਨਾਂ ਦਾ ਰੋਮ ਰੋਮ ਜਾਪ ਕਰਦਾ ਸੀ। ਜਿਹੜਾ ਵੀ ਉਹਨਾਂ ਦੀ ਸੰਗਤ ਕਰ ਲੈਂਦਾ ਸੀ ਤੇ ਉਹਦੇ ਉੱਤੇ ਅਸਰ ਪੈ ਜਾਂਦਾ ਸੀ, ਉਹ ਗੁਰਮਤਿ ਦੇ ਨਾਲ ਜੁੜ ਜਾਂਦਾ ਸੀ, ਗੁਰੂ ਦੇ ਨਾਲ ਜੁੜ ਜਾਂਦਾ ਸੀ। ਤਾਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੀਜ਼ਾਂ ਵੇਖ ਕੇ ਆਪਣੇ ਮਹਿਲ, ਜਦੋਂ ਉਹਨਾਂ ਨੇ ਬੇਨਤੀ ਕੀਤੀ ਸੀ, ਉਹਨਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਭੇਜਿਆ ਸੀ। ਤੇ ਦੇਖੋ ਉਹਨਾਂ ਦਾ ਜੀਵਨ ਕਿੰਨਾ ਗੁਰੂ ਨੂੰ ਪ੍ਰਣਾਇਆ ਹੋਇਆ ਜੀਵਨ ਸੀ, ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਸੀ। ਜਦੋਂ ਅਖੀਰਲਾ ਸਮਾਂ ਆਇਆ ਨਾ ਇਹਨਾਂ ਦਾ, ਬਾਬਾ ਜੀ ਦਾ, ਅਖੀਰਲੇ ਸਮੇਂ ਬਾਬਾ ਜੀ ਨੇ ਇੱਕ ਸਿੱਖ ਮਹਾਰਾਜ ਜੀ ਨੂੰ ਜਾਣ ਲੱਗੇ ਪਹਿਲਾਂ ਬੇਨਤੀ ਕੀਤੀ ਸੀ। ਆਪਣੇ ਪੁੱਤਰ ਭਾਈ ਭਾਨਾ ਜੀ ਦੀ ਬਾਹ ਫੜਾਈ 6ਵੇਂ ਪਾਤਸ਼ਾਹ ਜੀ ਨੇ ਕਿ ਮਹਾਰਾਜ ਜੀ ਹੁਣ ਮੈਂ ਕੁਝ ਸਮਾਂ ਆਪਣੇ ਨਗਰ, ਆਪਣੇ ਪਰਿਵਾਰ ਵਿੱਚ ਰਹਿਣਾ ਚਾਹੁੰਦਾ, ਅਖੀਰਲੇ ਸਮੇਂ ਜੇ ਤੇ ਵੀ ਹੁਣ ਮੈਂ ਬਜ਼ੁਰਗ ਹੋ ਗਿਆ, ਮੇਰੇ ਕੋਲ ਬਹੁਤੀ ਸੇਵਾ ਨਹੀਂ ਹੁੰਦੀ, ਪਰ ਮੇਰੀ ਥਾਂ ਦੇ ਉੱਤੇ ਮੇਰਾ ਪੁੱਤਰ ਸੇਵਾ ਕਰੇਗਾ, ਮੇਰੀ ਥਾਂ ਦੇ ਉੱਤੇ ਮੇਰਾ ਪੁੱਤਰ ਸੇਵਾ ਕਰੇਗਾ। ਇਹਨੂੰ ਤੁਸੀਂ ਆਪਣੀ ਚਰਨ ਸ਼ਰਨ ਵਿੱਚ ਰੱਖਿਓ ਮਹਾਰਾਜ। ਜਿਸ ਤਰ੍ਹਾਂ ਮੇਰੇ ਉੱਤੇ ਮਿਹਰ ਭਰੀ ਦ੍ਰਿਸ਼ਟੀ ਰੱਖੀ ਨਾ ਹਮੇਸ਼ਾ, ਇਸ ਤਰ੍ਹਾਂ ਹੀ ਤੁਸੀਂ ਮੇਰੇ ਪੁੱਤਰ ਦੇ ਉੱਤੇ ਮਿਹਰ ਭਰੀ ਦ੍ਰਿਸ਼ਟੀ ਰੱਖਿਓ। ਬਾਬਾ ਬੁੱਢਾ ਸਾਹਿਬ ਜੀ ਰਮਦਾਸ ਗਏ, ਉੱਥੇ ਰਹਿੰਦੇ ਰਹੇ, ਆਪਣਾ ਨਿਤਨੇਮ ਨਿਭਾਉਂਦੇ ਰਹੇ, ਸੰਗਤਾਂ ਨੂੰ ਪ੍ਰਚਾਰ ਕਰਕੇ ਜੋੜਦੇ ਰਹੇ, ਜਿੰਨਾ ਉਹਨਾਂ ਕੋਲ ਹੋ ਸਕਿਆ ਕਰਦੇ ਰਹੇ। ਜਾਣ ਲੱਗਿਆ ਕਿ ਬੇਨਤੀ ਕੀਤੀ ਸੀ ਮਹਾਰਾਜ ਦੇ ਚਰਨਾਂ 'ਚ ਕਿ ਮਹਾਰਾਜ 6ਵੇਂ ਪਾਤਸ਼ਾਹ ਜੀ, ਜਿਸ ਤਰ੍ਹਾਂ ਮੈਂ ਸਾਰੀ ਉਮਰ ਮਹਾਰਾਜ ਜੀ ਦੀ ਸੇਵਾ ਕੀਤੀ ਹੈ ਨਾ, ਜਿਸ ਦਿਨ ਮੇਰਾ ਅਖੀਰਲਾ ਸਮਾਂ ਆਵੇ ਤੇ ਉਸ ਦਿਨ ਤੁਸੀਂ ਮੇਰੇ ਕੋਲ ਹੋਇਓ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਬਾਬਾ ਜੀ ਅਸੀਂ ਜ਼ਰੂਰ ਆਵਾਂਗੇ। ਦੇਖੋ ਸਿੱਖ ਦਾ ਜੀਵਨ, ਅਸੀਂ ਜ਼ਰੂਰ ਆਵਾਂਗੇ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜਿੱਦਣ ਵੇਖਿਆ ਸਾਡਾ ਹੁਣ ਸਮਾਂ ਆ ਗਿਆ, ਇੱਕ ਸਿੱਖ ਭੇਜਿਆ ਸ੍ਰੀ ਅੰਮ੍ਰਿਤਸਰ ਸਾਹਿਬ ਰਮਦਾਸ ਤੋਂ
ਕਹਿੰਦੇ ਦੀਵਾਨ ਦੀ ਸਮਾਪਤੀ ਹੋਈ ਸੀ ਤੇ ਛੇਵੇਂ ਪਾਤਸ਼ਾਹ ਜੀ ਨੂੰ ਸਿੱਖ ਜਾ ਕੇ ਬੇਨਤੀ ਕਰਦਾ ਕਿ ਮਹਾਰਾਜ ਜੀ ਮੈਂ ਰਮਦਾਸ ਤੋਂ ਆਇਆ, ਮੈਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਭੇਜਿਆ। ਤੇ ਸਾਡੇ ਕਈ ਵਿਦਵਾਨਾਂ ਨੇ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਉਹ ਸਿੱਖ ਨੂੰ ਚੁੱਪ ਕਰ ਜਾਓ, ਸਾਨੂੰ ਸਮਝ ਆ ਗਈ, ਸਾਰੀ ਪਤਾ ਲੱਗ ਗਿਆ। ਸਿੱਖ ਪੁੱਛਦੇ ਕੀ ਪਤਾ ਲੱਗ ਗਿਆ? ਕਹਿਣ ਲੱਗੇ ਹੁਣ ਬਾਬਾ ਜੀ ਨੇ ਸੱਚਖੰਡ ਜਾਣਾ, ਗੁਰੂ ਦੀ ਗੋਦ ਵਿੱਚ ਬਿਰਾਜਣਾ ਜਾ ਕੇ, ਉਹ ਸਾਨੂੰ ਯਾਦ ਕਰਦੇ। ਫਿਰ ਬਾਬਾ ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ ਵਰਗੇ ਗੁਰਸਿੱਖ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਹੜੇ ਨੇ ਉੱਥੇ ਰਮਦਾਸ ਗਏ। ਹੁਣ ਬਾਬਾ ਜੀ ਤੁਰ ਕੇ ਆਉਣਾ ਚਾਹੁੰਦੇ ਸੀ ਮਹਾਰਾਜ ਦੇ ਦਰਸ਼ਨ ਕਰਨ ਕਿ ਮੈਂ ਅੱਗੋਂ ਲੈਣ ਆਵਾਂ, ਪਰ ਸਰੀਰ ਇਜਾਜ਼ਤ ਨਹੀਂ ਦਿੰਦਾ ਸੀ। ਪਰ ਫਿਰ ਵੀ ਪਿੰਡ ਦੀ ਹੱਦ ਤੱਕ ਆਏ ਤੇ ਛੇਵੇਂ ਪਾਤਸ਼ਾਹ ਜੀ ਨੇ ਕਿਹਾ ਸੀ ਬਾਬਾ ਜੀ ਤੁਸੀਂ ਕਿਉਂ ਆਏ? ਮੈਂ ਆ ਹੀ ਜਾਣਾ ਸੀ। ਕਹਿਣ ਲੱਗੇ ਨਹੀਂ, ਗੁਰੂ ਜੋਤ ਦਾ ਸਤਿਕਾਰ ਕਰਨਾ। ਫਿਰ ਬਾਬਾ ਜੀ ਨਾਲ ਬੜੇ ਬਚਨ ਬਿਲਾਸ ਹੋਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਿਹਾ ਕਿ ਸਾਨੂੰ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਆ, ਉਹਨਾਂ ਬਾਰੇ ਦੱਸੋ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ, ਉਹਨਾਂ ਬਾਰੇ ਦੱਸੋ। ਗੁਰੂ ਹਰ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕੀਤੇ ਆ, ਉਹਨਾਂ ਬਾਰੇ ਸਾਨੂੰ ਦੱਸੋ, ਸਾਨੂੰ ਗੁਰੂਆਂ ਬਾਰੇ ਦੱਸੋ। ਗੁਰੂ ਨਾਨਕ ਸਾਹਿਬ ਜੀ ਕੌਣ ਸੀ? ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂਰ ਸੀ ਤੇ ਪ੍ਰਭੂ ਦਾ ਰੂਪ ਸੀ। ਬਾਬਾ ਬੁੱਢਾ ਸਾਹਿਬ ਜੀ ਦੇ ਬਚਨ। ਛੇਵੇਂ ਪਾਤਸ਼ਾਹ ਜੀ ਨੇ ਜਦੋਂ ਪੁੱਛਿਆ ਨਾ, ਤੇ ਇਤਿਹਾਸ ਵਿੱਚ ਲਿਖਿਆ ਕਿ ਬਾਬਾ ਬੁੱਢਾ ਸਾਹਿਬ ਜੀ ਕਥਾ ਕਰਦੇ ਤੇ ਸਰੋਤਾ ਪਤਾ ਕੌਣ ਸੀ? ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਥਾ ਕਰਦੇ। ਬਾਬਾ ਬੁੱਢਾ ਸਾਹਿਬ ਜੀ ਗੁਰੂ ਮਹਾਰਾਜ ਦੇ ਬਾਰੇ ਦੱਸ ਰਹੇ ਆ ਤੇ ਸਰੋਤਾ ਬਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੁਣ ਰਹੇ ਆ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂਰ ਸੀ, ਪ੍ਰਕਾਸ਼ ਸੀ ਤੇ ਪ੍ਰਭੂ ਦਾ ਹੀ ਰੂਪ ਸੀ। ਪ੍ਰਭੂ ਵਿੱਚ, ਵਾਹਿਗੁਰੂ ਵਿੱਚ ਤੇ ਗੁਰੂ ਨਾਨਕ ਸਾਹਿਬ 'ਚ ਕੋਈ ਫਰਕ ਨਹੀਂ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬਾਰੇ ਪੁੱਛਿਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਕਿਵੇਂ ਸੀ? ਕਹਿਣ ਲੱਗੇ ਉਹ ਸ਼ਾਂਤ ਸੁਭਾਅ, ਸਿੱਧੇ ਸਾਧੇ, ਸ਼ਾਂਤ ਸੁਭਾਅ ਤੇ ਬੜੇ ਹੀ ਦਿਆਲੂ ਸੀ। ਵੀ ਇਹ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸੁਭਾਅ ਸੀ। ਪੁੱਛਿਆ ਗੁਰੂ ਅਮਰਦਾਸ ਜੀ ਮਹਾਰਾਜ? ਕਹਿਣ ਲੱਗੇ ਗੁਰੂ ਅਮਰਦਾਸ ਜੀ ਮਹਾਰਾਜ ਵਸਤੂਆਂ ਵੰਡਣ ਵਾਲੇ ਸੀ, ਕਦੇ ਕੋਈ ਚੀਜ਼ ਉਹਨਾਂ ਜੋੜ ਕੇ ਨਹੀਂ ਰੱਖੀ। ਇੱਕ ਹੱਥ ਉਹਨਾਂ ਦਾ ਸੇਵਾ ਵਿੱਚ ਰਿਹਾ ਤੇ ਇੱਕ ਹੱਥ ਉਹਨਾਂ ਦੇ ਦਰ ਤੇ ਜੋ ਵੀ ਆਇਆ ਉਹਨੂੰ ਬੁੱਕਾਂ ਭਰ ਭਰ ਕੇ, ਹੱਥ ਭਰ ਭਰ ਕੇ ਵੰਡੀ ਗਏ ਗੁਰੂ ਅਮਰਦਾਸ ਜੀ ਮਹਾਰਾਜ। ਇਸ ਤਰ੍ਹਾਂ ਕਥਾ ਕਰਕੇ ਸੁਣਾਈ। ਫਿਰ ਅੰਮ੍ਰਿਤ ਵੇਲਾ ਹੋਇਆ। ਬਾਬਾ ਜੀ ਕਹਿਣ ਲੱਗੇ ਮਹਾਰਾਜ ਜੀ ਮੈਂ ਅੰਮ੍ਰਿਤ ਵੇਲੇ ਸਰੀਰ ਤਿਆਗਾਂਗਾ। ਅੰਮ੍ਰਿਤ ਵੇਲੇ ਬਾਬਾ ਜੀ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਲੇਟ ਗਏ ਤੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਕਿ ਮਹਾਰਾਜ ਜੀ ਮੈਂ ਜਾ ਰਿਹਾ, ਹੁਣ ਮੇਰੇ ਤੇ ਕਿਰਪਾ ਕਰੋ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਚਨ ਕਹੇ ਸੀ ਕਿ ਬਾਬਾ ਜੀ ਤੁਸੀਂ ਜਿਹੜੇ ਆ ਨਾ ਸੰਸਾਰ ਦੇ ਵਿੱਚੋਂ ਮੁਕਤ ਲੋਕ ਹੋ। ਤੁਸੀਂ ਮਹਾਰਾਜ ਕਹਿਣ ਲੱਗੇ ਜੀਵਨ ਮੁਕਤ ਪੁਰਸ਼ ਹੋ ਤੁਸੀਂ, ਜਿਹਦੇ ਬਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਨ ਕੀਤੇ। ਦਾਸ ਨੇ ਕੱਲ ਵੀ ਸਰਵਣ ਕਰਾਏ ਸੀ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਕਿ ਮਹਾਰਾਜ ਕਹਿਣ ਲੱਗੇ ਤੁਹਾਡੇ ਵਰਗਿਆਂ ਨੂੰ ਤਾਂ ਸਦਾ ਹੀ ਨਮਸਕਾਰ ਹੈ, ਸਦਾ ਨਮਸਕਾਰ ਹੈ। ਤੁਹਾਡੇ ਵਾਸਤੇ ਕਹਿੰਦੇ ਸੱਚਖੰਡ ਦੇ ਦਰਵਾਜ਼ੇ ਸਦਾ ਖੁੱਲੇ ਨੇ। ਜਿਨ੍ਹਾਂ ਨੇ ਤੁਹਾਡੀ ਸੰਗਤ ਕੀਤੀ, ਜਿਹੜੇ ਤੁਹਾਡਾ ਨਾਂ ਸ਼ਰਧਾ ਭਾਵਨਾ ਨਾਲ ਲੈਣਗੇ, ਉਹ ਵੀ ਤਰ ਜਾਇਆ ਕਰਨਗੇ। ਮਹਾਰਾਜ ਕਹਿੰਦੇ ਫਿਰ ਬਾਬਾ ਜੀ ਨੇ ਸਰੀਰ ਛੱਡਿਆ ਨਾ, ਚਿਖਾ ਚਿਨੀ ਗਈ। ਬਾਬਾ ਸ੍ਰੀ ਚੰਦ ਜੀ ਵੀ ਆਏ। ਸਾਰਿਆਂ ਨੇ ਰਲ ਕੇ ਬਾਬਾ ਜੀ ਦਾ ਸਰੀਰ ਜਦੋਂ ਚਿਖਾ ਦੇ ਉੱਤੇ ਰੱਖਿਆ ਤੇ ਸਾਡਾ ਇਤਿਹਾਸ ਕਹਿੰਦਾ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਦੋਂ ਸਰੀਰ ਚਿਖਾ ਤੇ ਰੱਖਿਆ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਪਏ, ਦੋ ਛਲਕ ਪਈਆਂ ਅੱਖਾਂ। ਤੇ ਸਿੱਖ ਪੁੱਛਦੇ ਮਹਾਰਾਜ ਨੂੰ ਕਿ ਮਹਾਰਾਜ ਤੁਹਾਡਾ ਭਰ ਜਵਾਨੀ ਦੇ ਵਿੱਚ ਪੁੱਤਰ, ਕਹਿ ਲਈਏ ਬਾਬਾ ਟੱਲ ਰਾਏ ਚਲਾ ਗਿਆ, ਪਰ ਕਦੇ ਵੀ ਤੁਹਾਡੇ ਚਿਹਰੇ ਤੇ ਸੋਗ ਦੀ ਨਿਸ਼ਾਨੀ ਨਹੀਂ ਅਸੀਂ ਵੇਖੀ, ਅੱਖਾਂ ਵਿੱਚ ਹੰਝੂ ਨਹੀਂ ਆਏ। ਸਾਰੀਆਂ ਸੰਗਤਾਂ ਤੁਹਾਡੇ ਕੋਲੇ ਪਰਚਾਉਣੀ ਵਾਸਤੇ ਆਉਂਦੀਆਂ ਰਹੀਆਂ, ਸਾਰਾ ਪਰਿਵਾਰ ਆਇਆ, ਪਰ ਕਦੇ ਵੀ ਤੁਸੀਂ, ਜੇ ਸਾਈਂ ਦਾਸ ਨੇ ਵੀ ਪੁੱਛਿਆ ਸੀ ਕਿ ਮਹਾਰਾਜ ਤੁਸੀਂ ਉਵੇਂ ਹੀ ਕਥਾ ਕਰੀ ਜਾਂਦੇ, ਉਵੇਂ ਹੀ ਪ੍ਰਵਚਨ ਸੁਣਾਈ ਜਾਂਦੇ, ਕਿਰਿਆ ਉਵੇਂ, ਤੁਹਾਡੇ ਉੱਤੇ ਪੁੱਤਰ ਦੀ ਮੌਤ ਦਾ ਕੋਈ ਵੀ ਅਸਰ ਨਹੀਂ। ਤਾਂ ਸਾਈਂ ਦਾਸ ਨੂੰ ਕਹਿੰਦੇ ਲਕੀਰ ਕੱਢ, ਇੱਥੇ ਇੱਕ ਲਕੀਰ ਕਢਾਈ। ਕਹਿੰਦੇ ਮੇਟ ਦਿੱਤੀ। ਕਹਿਣ ਲੱਗੇ ਤੈਨੂੰ ਲਕੀਰ ਕੱਢਣ ਨਾਲ ਕੋਈ ਸੁੱਖ ਹੋਇਆ? ਕਹਿੰਦਾ ਨਹੀਂ ਜੀ। ਲਕੀਰ ਕੱਢਣ ਨਾਲ ਕਹਿੰਦੇ ਦੁੱਖ, ਮੇਟਣ ਨਾਲ ਕੋਈ ਦੁੱਖ ਹੋਇਆ? ਕਹਿੰਦਾ ਨਹੀਂ ਜੀ।
ਕਹਿਣ ਲੱਗਾ ਤੁਸੀਂ ਹੁਕਮ ਕੀਤਾ ਮੈਂ ਲਕੀਰ ਕੱਢ ਦਿੱਤੀ, ਤੁਸੀਂ ਹੁਕਮ ਕੀਤਾ ਮੈਂ ਲਕੀਰ ਮੇਟ ਦਿੱਤੀ, ਇਹਦੇ ਚ ਦੁੱਖ ਤੇ ਸੁੱਖ ਕੀ। ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਇਸ ਤਰ੍ਹਾਂ ਇਸ ਬ੍ਰਹਿਮੰਡ ਦੇ ਵਿੱਚ ਮੇਰੇ ਪੁੱਤਰ ਅਟਲ ਰਾਏ ਦੀ ਇੱਕ ਪ੍ਰਮਾਤਮਾ ਉਹਦੇ ਹੁਕਮ ਚ ਲਕੀਰ ਪਈ, ਉਹਨੇ ਪਾਈ ਤੇ ਉਹਨੇ ਮੇਟ ਦਿੱਤੀ। ਕਹਿੰਦੇ ਮੈਂ ਇਹਦੇ ਚ ਸੋਗ ਤੇ ਹਰਖ ਕਾਹਦਾ ਕਰਾਂ। ਅੱਖ ਵਿੱਚ ਹੰਝੂ ਨਹੀਂ ਲਿਆਂਦਾ ਆਪਣੇ ਪੁੱਤਰ ਦੀ ਮੌਤ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਪਰ ਬਾਬਾ ਬੁੱਢਾ ਸਾਹਿਬ ਜੀ ਦੀ ਜਦੋਂ ਸਰੀਰ ਚਿਖਾ ਤੇ ਰੱਖਿਆ ਅੱਖਾਂ ਵਿੱਚੋਂ ਹੰਝੂ ਆ ਗਏ। ਸਿੱਖ ਪੁੱਛਦੇ ਮਹਾਰਾਜ ਕੀ ਗੱਲ। ਕਹਿਣ ਲੱਗੇ ਜਿਨ੍ਹਾਂ ਦਾ ਸੰਗ ਮਾਣਿਆ ਹੋਵੇ, ਜਿਨ੍ਹਾਂ ਦੇ ਕੋਲੋਂ ਸ਼ਸਤਰ ਵਿਦਿਆ ਸਿੱਖੀ ਹੋਵੇ, ਗ੍ਰੰਥ ਪੜ੍ਹੇ ਹੋਣ, ਜਿਨ੍ਹਾਂ ਦਾ ਦਿਲੀ ਪਿਆਰ ਹੋਵੇ, ਜਦੋਂ ਸੰਸਾਰ ਵਿੱਚੋਂ ਜਾਂਦੇ ਨੇ ਨਾ ਤਾਂ ਅੱਖਾਂ ਤਾਂ ਭਾਰੀ ਆਉਂਦੀਆਂ ਨੇ ਨਾ। ਕਈ ਵਿਦਵਾਨਾਂ ਨੇ ਉੱਥੇ ਲਿਖਿਆ ਮਾਰ ਕਹਿੰਦੇ ਵਧਾਈ ਹੋਵੇ, ਵਧਾਈ ਹੋਵੇ, ਇਹ ਬਚਨ ਕਹੇ। ਸਿੱਖ ਪੁੱਛਦੇ ਮਹਾਰਾਜ ਬਾਬਾ ਜੀ ਚੱਲੇ ਨੇ ਤੁਸੀਂ ਵਧਾਈ ਕਹਿੰਦੇ ਹੋ। ਤਾਂ ਮਹਾਰਾਜ ਕਹਿਣ ਲੱਗੇ ਵੇਖੋ ਸੰਸਾਰ ਵਿੱਚ ਸਾਰੀ ਦੁਨੀਆ ਇੱਥੇ ਆਈ, ਲੋਕ ਆਉਂਦੇ ਨੇ, ਪਰ ਕਹਿੰਦੇ ਲੋਕ ਆ ਕੇ ਸੰਸਾਰ ਵਿੱਚੋਂ ਚਲੇ ਜਾਂਦੇ ਨੇ, ਪਰ ਇਹ ਜੀਵਨ ਦੀ ਬਾਜੀ ਕੋਈ ਵਿਰਲਾ ਜਿੱਤ ਕੇ ਜਾਂਦਾ। ਤੇ ਕਹਿੰਦੇ ਜਿਹੜੇ ਬਾਜੀ ਜਿੱਤ ਕੇ ਆਉਂਦੇ ਨੇ ਨਾ ਉਹਨਾਂ ਨੂੰ ਵਧਾਈਆਂ ਦਿੰਦੇ ਨੇ ਲੋਕ। ਜਿਹੜੇ ਹਾਰ ਕੇ ਆਉਂਦੇ ਉਹਨਾਂ ਨੂੰ ਕੋਈ ਵਧਾਈ ਨਹੀਂ ਦਿੰਦਾ, ਹੌਸਲਾ ਜ਼ਰੂਰ ਦੇ ਦਿੰਦੇ ਆ ਕਿ ਕੋਈ ਗੱਲ ਨਹੀਂ ਅਗਲੀ ਵਾਰ ਨੂੰ ਜਿੱਤ ਜਾਓਗੇ ਤੁਸੀਂ। ਹੌਸਲਾ ਤਾਂ ਜ਼ਰੂਰ ਮਿਲ ਜਾਂਦਾ ਪਰ ਵਧਾਈ ਨਹੀਂ ਕੋਈ ਉਹਨਾਂ ਨੂੰ ਦਿੰਦਾ। ਜਿੱਤਿਆਂ ਹੋਇਆਂ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ। ਤੇ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਨੇ ਜੀਵਨ ਦੀ ਬਾਜੀ ਜਿੱਤ ਕੇ ਚੱਲੇ। ਬਾਣੀ ਵਿੱਚ ਬਚਨ ਆਇਆ ਨਾ ਮਹਾਰਾਜ ਜੀ ਦਾ ਕਿ ਇਹ ਜਨਮ ਪਦਾਰਥ ਜੀਤ ਹਰ ਸਰਣੀ, ਕਿ ਜਨਮ ਪਦਾਰਥ ਮਿਲਿਆ ਅਮੋਲਕ, ਇਹਨੂੰ ਜਿੱਤ ਕੇ ਜਾਣਾ ਹੈ। ਜਿੱਤਿਆ ਕਿਵੇਂ ਜਾਏਗਾ? ਹਰ ਸਰਣੀ, ਪ੍ਰਮਾਤਮਾ ਦੀ ਸ਼ਰਨ ਵਿੱਚ ਰਹਿ ਕਰਕੇ। ਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਸਦਾ ਪ੍ਰਮਾਤਮਾ ਦੀ ਸ਼ਰਨ ਵਿੱਚ ਰਹੇ। ਸ਼ਰਨ ਵਿੱਚ ਰਹਿ ਕੇ ਉਹਨਾਂ ਨੇ ਜੀਵਨ ਦੀ ਬਾਜੀ ਨੂੰ ਜਿੱਤਿਆ। ਤੇ ਜਿਹੜੇ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਨੇ, ਜਿੱਤਿਆਂ ਹੋਇਆਂ ਨੂੰ ਵਧਾਈਆਂ ਹੀ ਦਿੱਤੀਆਂ ਜਾਂਦੀਆਂ ਨੇ। ਇਹੋ ਜਿਹਾ ਜੀਵਨ ਹੈ ਬਾਬਾ ਬੁੱਢਾ ਸਾਹਿਬ ਜੀ ਦਾ। ਸੋ ਮਹਾਰਾਜ ਸਾਡੇ ਸਾਰਿਆਂ ਤੇ ਕਿਰਪਾ ਕਰਨ। ਸਾਰੇ ਨਗਰ ਨਿਵਾਸੀ ਬਾਬਾ ਬਚਿੱਤਰ ਸਿੰਘ ਜੀ ਇਲਾਕੇ ਦੇ ਸਾਰੀਆਂ ਸੰਗਤਾਂ ਰਲ ਮਿਲ ਕੇ ਆਪ ਜੀ ਇਹ ਦਿਨ ਮਨਾਉਂਦੇ ਹੋ। ਪਰ ਜਿੱਥੇ ਅਸੀਂ ਦਿਨ ਮਨਾਉਂਦੇ ਆ ਨਾ, ਇਹ ਇਕੱਲਾ ਲੰਗਰ ਖਾਣ ਤੱਕ ਨਾ ਸੀਮਤ ਰਹਿ ਜਾਈਏ, ਜਾਂ ਮਾਇਆ ਕਰਕੇ ਸੇਵਾ ਕਰਨ ਤੱਕ ਨਾ ਸੀਮਤ ਰਹਿ ਜਾਈਏ। ਗੁਰੂ ਮਹਾਰਾਜ ਜੀ ਦੀ ਸਿੱਖੀ ਵੀ ਧਾਰਨ ਕਰੀਏ, ਅੰਮ੍ਰਿਤ ਛਕੀਏ, ਆਪ ਅੰਮ੍ਰਿਤ ਛਕੀਏ, ਆਪਣੇ ਪਰਿਵਾਰ ਨੂੰ ਅੰਮ੍ਰਿਤ ਛਕਾਈਏ, ਬਾਣੀ ਤੇ ਬਾਣੇ ਦੇ ਧਾਰਨੀ ਬਣੀਏ, ਨਸ਼ਿਆਂ ਦਾ ਤਿਆਗ ਕਰੀਏ। ਜਿਹੜੀਆਂ ਆਪਾਂ ਕੁਰੇਤਾਂ ਕਰਦੇ ਉਹਨਾਂ ਦਾ ਤਿਆਗ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੀਏ, ਤਾਂ ਕਿ ਸਾਡਾ ਵੀ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਵੇ, ਅਸੀਂ ਵੀ ਜੀਵਨ ਦੀ ਬਾਜੀ ਜਿੱਤ ਕੇ ਜਾਈਏ। ਸੋ ਇੰਨੀਆਂ ਵਿਚਾਰਾਂ ਕਰਦਿਆਂ ਹੋਇਆਂ ਦਾਸ ਖਿਮਾ ਦਾ ਜਾਚਕ ਹੈ। ਬਾਕੀ ਜੋ ਬਾਬਾ ਜੀ ਦਾ ਇਤਿਹਾਸ, ਮਾਤਾ ਗੰਗਾ ਜੀ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਬਿਲਾਸ, ਉਹ ਆਪਾਂ ਕੱਲ ਨੂੰ ਭੋਗ ਵਾਲੇ ਦਿਨ ਸਰਵਣ ਕਰਾਂਗੇ। ਜੋ ਮਹਾਰਾਜ ਜੀ ਦਾ ਹੁਕਮਨਾਮਾ ਸਾਹਿਬ ਆਵੇਗਾ ਉਹਦੇ ਵਿੱਚੋਂ ਵੀ ਕੁਝ ਵਿਚਾਰ ਕਰ ਲਵਾਂਗੇ। ਬਾਕੀ ਜੋ ਮਾਤਾ ਗੰਗਾ ਜੀ ਨੇ ਜਿਸ ਤਰ੍ਹਾਂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਉਹਦੇ ਵਿੱਚ ਕਾਰਨ ਸੀ। ਪ੍ਰਿਥੀ ਚੰਦ ਨੇ ਬਚਨ ਕਰ ਦਿੱਤਾ ਸੀ। ਹੁਣ ਪ੍ਰਿਥੀ ਚੰਦ ਵੀ ਗੁਰੂ ਦੀ ਔਲਾਦ ਸੀ, ਸ਼ਕਤੀ ਤਾਂ ਉਹਦੇ ਅੰਦਰ ਵੀ ਸੀ, ਅੰਸ਼ ਤਾਂ ਗੁਰੂ ਦੀ ਹੈ ਨਾ। ਗੁਰੂ ਰਾਮਦਾਸ ਜੀ ਮਹਾਰਾਜ ਦੀ ਭਾਵੇਂ ਚੰਗਾ ਹੋਵੇ ਭਾਵੇਂ ਮਾੜਾ ਹੋਵੇ, ਸ਼ਕਤੀ ਤਾਂ ਗੁਰੂ ਦੀ ਉਹਦੇ ਅੰਦਰ ਸੀ ਨਾ। ਉਹਨੇ ਬਚਨ ਕਰ ਦਿੱਤਾ ਸੀ ਕਿ ਮੇਰਾ ਛੋਟਾ ਭਰਾ ਔਂਤਰਾ ਜਾਵੇਗਾ। ਔਂਤਰਾ, ਔਂਤਰਾ ਉਹਨੂੰ ਕਹਿੰਦੇ ਜਿਹਦੇ ਘਰ ਵਿੱਚ ਕੋਈ ਔਲਾਦ ਨਾ ਹੋਵੇ। ਹੁਣ ਬਾਬੇ ਪ੍ਰਿਥੀ ਚੰਦ ਦਾ ਬਚਨ ਸੀ। ਜੇ ਗੁਰੂ ਅਰਜਨ ਦੇਵ ਜੀ ਮਹਾਰਾਜ ਅਰਦਾਸ ਕਰਕੇ ਆਪਣੇ ਭਰਾ ਦਾ ਬਚਨ ਮੋੜ ਦਿੰਦੇ ਤਾਂ ਕਿਸੇ ਨੇ ਨਹੀਂ ਇਹ ਗੱਲ ਸਮਝਣੀ ਸੀ। ਉਹਨੇ ਕਹਿਣਾ ਸੀ ਇੱਕੋ ਗੁਰੂ ਦੇ ਪੁੱਤਰ ਸੀ ਤੇ ਵੱਡੇ ਨੇ ਬਚਨ ਕੀਤਾ, ਛੋਟੇ ਨੇ ਮੋੜ ਦਿੱਤਾ। ਸ਼ਕਤੀ ਤਾਂ ਦੋਵਾਂ ਕੋਲੇ ਹੈ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਕਿ ਜੇ ਕੋਈ ਸ਼ਕਤੀ ਹੰਕਾਰ ਵਿੱਚ ਆ ਕੇ ਬਚਨ ਕਰ ਦਿੰਦਾ ਤੇ ਉਹਨੂੰ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ ਸਿੱਖ ਹੀ ਉਹਦੇ ਬਚਨ ਨੂੰ ਮੋੜ ਸਕਦਾ ਹੈ। ਇਹ ਵੀ ਕਾਰਨ ਸੀ ਇੱਕ। ਜੇ ਆਪਾਂ ਇਤਿਹਾਸ ਨੂੰ ਧਿਆਨ ਨਾਲ ਪੜਾਂਗੇ ਨਾ, ਫਿਰ ਸਾਨੂੰ ਸਮਝ ਆਵੇਗੀ ਕਿ ਪ੍ਰਿਥੀ ਚੰਦ ਦਾ ਬਚਨ ਤਾਂ ਬਾਬੇ ਬੁੱਢੇ ਸਾਹਿਬ ਨੇ ਮੋੜ ਦਿੱਤਾ। ਜਿਹੜਾ ਗੁਰੂ ਬਣ ਕੇ ਬੈਠਣਾ ਚਾਹੁੰਦਾ ਸੀ, ਉਹਦਾ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਰੋਕ ਦਿੱਤਾ ਕਿ ਤੂੰ ਕੌਣ ਹੁੰਦਾ ਬਚਨ ਕਰਨ ਵਾਲਾ ਕਿ ਗੁਰੂ ਔਂਤਰਾ ਜਾਵੇਗਾ। ਗੁਰੂ ਦੇ ਘਰੇ ਤਾਂ ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ, ਜਾ ਕਾ ਬਾਲ ਗੁਣ ਕਿਨਹੂ ਨਾ ਸੋਧਾ। ਵੀ ਇਹਦੇ ਘਰ ਦੇ ਵਿੱਚ ਤਾਂ ਜੋਧਾ ਪੁੱਤਰ ਪੈਦਾ ਹੋਵੇਗਾ। ਸੋ ਆਪਾਂ ਇਹ ਕੱਲ ਨੂੰ ਮਹਾਰਾਜ ਕਿਰਪਾ ਕਰਨ, ਜਿੰਨਾ ਕੁ ਸਮਾਂ ਸਤਿਗੁਰਾਂ ਨੇ ਸਾਨੂੰ ਦਿੱਤਾ ਆਪਾਂ ਸਰਵਣ ਕਰਾਂਗੇ। ਮਹਾਰਾਜ ਜੀ ਸਾਰਿਆਂ ਤੇ ਕਿਰਪਾ ਕਰਨ, ਆਪਦੇ ਦਰੋਂ ਘਰੋਂ ਗੁਰਸਿੱਖੀ ਵਾਲਾ ਜੀਵਨ, ਨਾਮ ਸਿਮਰਨ ਦਾ ਸੇਵਾ ਕਰਨ ਦੇ ਬਲ ਬਖਸ਼ਿਸ਼ ਕਰਨ। ਤੇ ਜਿੰਨੇ ਵੀ ਸੇਵਾਦਾਰ ਨੇ ਇੱਥੇ ਬਾਬਾ ਬਚਿੱਤਰ ਸਿੰਘ ਜੀ ਦੇ ਨਾਲ ਸੇਵਾ ਕਰਨ ਵਾਲੇ, ਭਾਵੇਂ ਬਜ਼ੁਰਗ ਹੋ ਗਏ ਨੇ ਸਾਰੇ, ਦੇਖਦਾ ਮੈਂ ਤੁਰਿਆ ਨਹੀਂ ਜਾਂਦਾ ਇਹਨਾਂ ਕੋਲੋਂ, ਪਰ ਜਿੰਨਾ ਫਿਰ ਵੀ ਹੁੰਦਾ ਇਹਨਾਂ ਕੋਲ
ਸੇਵਾ ਕਰਦੇ ਨੇ। ਕੌਣ ਸੇਵਾ ਲੈਂਦਾ? ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਆਪ ਇਹਨਾਂ ਵਿੱਚ ਵਰਤ ਕੇ ਸੇਵਾ ਲੈਂਦੇ ਨੇ। ਸੋ ਮੈਂ ਸਾਰੇ ਨੌਜਵਾਨਾਂ ਨੂੰ ਵੀ ਬੇਨਤੀਆਂ ਕਰਾਂਗਾ, ਮਾਤਾਵਾਂ ਭੈਣਾਂ ਨੂੰ, ਕਿ ਤੁਸੀਂ ਵੀ ਆਇਆ ਕਰੋ ਸਮਾਂ ਕੱਢ ਕੇ। ਇਹ ਨਹੀਂ ਅਸੀਂ ਕਹਿੰਦੇ ਤੁਸੀਂ ਸਾਰਾ ਦਿਨ ਆਓ, ਕੋਈ ਘੰਟਾ ਕੱਢੇ, 2 ਘੰਟੇ ਕੱਢੇ, ਲੰਗਰ ਵਿੱਚ ਆ ਕੇ ਸੇਵਾ ਕਰੋ। ਸੇਵਾ ਕਰਨ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਬਾਬਾ ਬੁੱਢਾ ਸਾਹਿਬ ਜੀ ਨੇ 125 ਸਾਲ ਦੀ ਉਮਰ ਭੋਗੀ ਤੇ 113 ਸਾਲ ਸੇਵਾ ਕੀਤੀ ਗੁਰੂ ਘਰ ਦੀ। ਸੇਵਾ ਵਿੱਚ ਹੀ ਸਭ ਕੁਝ ਪ੍ਰਾਪਤ ਹੁੰਦਾ। ਸੇਵਾ ਕਰਕੇ ਨਿਮਰਤਾ ਆਉਂਦੀ ਅੰਦਰ। ਇਸ ਕਰਕੇ ਅਸੀਂ ਗੁਰੂ ਘਰ ਦੇ ਵਿੱਚ ਲੰਗਰਾਂ ਦੇ ਵਿੱਚ ਸੇਵਾ ਕਰੀਏ। ਜਿੱਥੇ ਮਾਇਆ ਕਰਕੇ ਸੇਵਾ ਕਰਦੇ, ਉੱਥੇ ਤਨ ਦੀ ਹਾਜ਼ਰੀ ਵੀ ਜ਼ਰੂਰ ਲਵਾਇਆ ਕਰੀਏ। ਇਕੱਲਾ ਪ੍ਰਸ਼ਾਦਾ ਹੀ ਨਾ ਛਕਣਾਈਏ, ਪ੍ਰਸ਼ਾਦਾ ਤਾਂ ਜ਼ਰੂਰੀ ਹੈ ਨਾ, ਪਰ ਨਾਲ ਤਨ ਦੀ ਸੇਵਾ। ਭਾਈ ਗੁਰਦਾਸ ਜੀ ਕਹਿੰਦੇ ਆ, ਜਿਹੜੇ ਹੱਥ ਪੈਰ ਸੇਵਾ ਨਹੀਂ ਕਰਦੇ ਨਾ, ਉਹ ਤ੍ਰਿਘਾਰ ਨੇ। ਵਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਵੀ ਜੇ ਇਹਨਾਂ ਹੱਥਾਂ ਨਾਲ ਜੂਆ ਖੇਡਦੇ ਆ, ਸ਼ਰਾਬ ਪੀਂਦੇ ਆ, ਮਾੜੇ ਕੰਮ ਕਰਦੇ ਆ, ਨਿਫਲ ਕਰਮ ਨੇ ਉਹ ਸਾਰੇ, ਜੇ ਸੇਵਾ ਨਹੀਂ ਕਰਦੇ। ਜੇ ਸੇਵਾ ਕਰਾਂਗੇ ਸਾਡੇ ਹੱਥ ਪੈਰ ਵੀ ਸਫਲੇ ਹੋ ਜਾਣਗੇ। ਸੋ ਅਸੀਂ ਸੇਵਾ ਕਰੀਏ। ਸਵੇਰੇ ਬਾਣੀ ਦੀ ਸਮੂਰਨਤਾ ਹੀ ਹੋਣੀ, ਸਮਾਪਤੀ ਹੋਣੀ ਅਖੰਡ ਪਾਠਾਂ ਦੀ। ਮਹਾਂਪੁਰਸ਼ਾਂ ਨੇ ਆਉਣਾ। ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲ ਵਾਲੇ ਮਹਾਂਪੁਰਸ਼ ਅਰਦਾਸ ਬੇਨਤੀ ਕਰਨ ਆਉਣਗੇ। ਤਕਰੀਬਨ 10 ਵਜੇ ਅਰਦਾਸ ਬੇਨਤੀ ਹੋਵੇਗੀ ਅਖੰਡ ਪਾਠ ਸਾਹਿਬ ਦੀ। ਉਸ ਤੋਂ ਬਾਅਦ ਕਥਾ ਵਿਚਾਰਾਂ ਹੋਣਗੀਆਂ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਕੱਲ ਨੂੰ ਇਸ ਸਮੇਂ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹੋਰਾਂ ਨੂੰ ਵੀ ਲੈ ਕੇ ਆਉਣਾ। ਜੇ ਆਪਾਂ ਜੁੜੇ ਆ ਨਾ, ਹੋਰਾਂ ਨੂੰ ਵੀ ਜੋੜਾਂਗੇ ਤੇ ਬਹੁਤ ਵੱਡਾ ਪੁੰਨ ਹੁੰਦਾ। ਜੇ ਕਿਸੇ ਨੂੰ ਸਿੱਖੀ ਨਾਲ, ਗੁਰਬਾਣੀ ਨਾਲ ਜੋੜ ਦਈਏ। ਸੋ ਇਹ ਬੇਨਤੀ ਪ੍ਰਬੰਧਕਾਂ ਵੱਲੋਂ, ਬਾਬਾ ਜੀ ਵੱਲੋਂ ਸਾਰੀਆਂ ਸੰਗਤਾਂ ਨੇ ਕੱਲ ਨੂੰ ਤਕਰੀਬਨ ਭੋਗ ਦੇ ਸਮੇਂ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਤੇ ਇੱਥੇ ਆ ਕਰਕੇ ਗੁਰੂ ਜਸ ਕਹਾਣੀਆਂ ਸੁਣ ਕੇ ਆਪਣਾ ਜੀਵਨ ਸਫਲ ਬਣਾਉਣਾ। ਮਹਾਰਾਜ ਜੀ ਸਾਰਿਆਂ ਤੇ ਦਇਆ ਕਰਨ। ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰੂ ਜੀ, ਸਤਿਗੁਰਾਂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਇੱਕ ਵਾਰ ਸੰਗਤਾਂ ਦਾ ਫਿਰ ਧੰਨਵਾਦ ਕਿ ਬੜੇ ਪਿਆਰ ਨਾਲ ਤੁਸੀਂ ਬੈਠ ਕੇ ਸੁਣਿਆ। ਬਹੁਤ ਧੰਨਵਾਦ ਆਪ ਜੀ ਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ, ਜਿਨ੍ਹਾਂ ਨੇ ਸਾਨੂੰ ਇਹ ਸਮਾਂ ਬਖਸ਼ਿਸ਼ ਕੀਤਾ। ਦੇਹੋ ਸੱਜਣ ਸੀਸੜੀਆ, ਜੋ ਹੋਵੇ ਸਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ